श्री वाहिगुरु साहिब जी। श्री नानक आद पंकज कंदन पाद पंकज वंदना सिमरो अंगद लोक निकंदना अमरदास गुर हृदय त्यागो हृदय त्यागो रामदास गुण गावो श्री अर्जुन विघ्नन के नाशक विघ्नन के नाशक हर गोविंद शुभ समत प्रकाशक श्री हर राय नाम कार जोरी नाम कार जोरी गौर हर कृष्ण मनाए बिहोरी तेग बहादुर परम कृपाला परम कृपाला श्री गुरु गोविंद सिंह विशाला तारो तारा पार पुन सीसा पुन सीसा बंदो बार बार जगदीसा जिसमह अमृत ज्ञान है मानक भगत वैराग गुरु ग्रंथ साहिब बोधत बंदो कर अनुराग आए प्रभ शरणागति कृपा नित दयाल एक अखर हर मन बसत नानक होत निहाल एक अखर हर मन बसत नानक होत निहाल भगत पावन भगत बशल कृपा निधान रंग पादे सागर मेरी गिरी दे मालक साहिब श्री गुरु हरगोबिंद साहिब जी आदि पावन और पवित्र स्थान के ऊपर साहिब श्री गुरु ग्रंथ साहिब जी आदि चरण परस रहे परम सत्कारयोग गुरु रूप गुरु खालसा साध संगत जी सतगुਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਪਿਛਲੇ ਸਮੇਂ ਤੋਂ ਗੁਰ ਇਤਿਹਾਸ ਵਿਚਾਰਦੇ ਆ ਰਹੇ ਹਨ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਪੋ ਆਪਣੀਆਂ ਹਾਜ਼ਰੀਆਂ ਲਗਾਉਂਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਝੁਕਾਈਏ ਸੀਸ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚੌਥੀ ਉਦਾਸੀ ਦੇ ਸਮੇਂ ਸਤਿਗੁਰੂ ਜੀ ਜੋ ਇਟਲੀ ਦੇਸ਼ ਦੀ ਰਾਜਧਾਨੀ ਰੋਮ ਹੈ ਮਹਾਰਾਜ ਉਸ ਰੋਮ ਦੇਸ਼ ਦੇ ਰਾਜੇ ਇਸ ਪ੍ਰਕਾਰ ਉਸ ਨੂੰ ਸਮਝਾਉਂਦੇ ਨੇ ਜੋ ਉਸਦੇ ਔਗਣ ਨੇ। ਉਹਨਾਂ ਔਗਣਾਂ ਨੂੰ ਭੇਟ ਕਰਕੇ ਉਹਦੇ ਅੰਦਰ ਸ਼ੁਭ ਗੁਣ ਪੈਦਾ ਕਰਦੇ ਨੇ। ਉਸ ਰਾਜੇ ਨੂੰ ਤਾਰਦੇ ਹੋਏ ਮਹਾਰਾਜ ਅੱਗੇ ਚੱਲਦੇ ਨੇ। ਜੋ ਬਖਸ਼ੀਆਂ ਦਾ ਤਾਲਿਆਂ ਦਾ ਦੇਸ਼ ਹੈ ਮਹਾਰਾਜ ਜਾ ਕਰਕੇ ਉੱਥੋਂ ਦੇ ਰਾਜੇ ਨੂੰ ਮਿਲਦੇ
ਦਾ ਰਾਜਾ ਬੜੇ ਕਠੋਰ ਸੁਭਾਅ ਦਾ ਮਾਲਕ ਹੈ, ਜੋ ਇਸ ਪ੍ਰਕਾਰ ਉਹਦੇ ਨਗਰ ਦੇ ਨੇੜੇ ਵੀ ਕੋਈ ਹਿੰਦੂ ਦਿਸ ਜਾਂਦਾ ਹੈ, ਉਸ ਨੂੰ ਪਕੜਦਾ ਹੈ ਔਰ ਮਾਰ ਪਕਾਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਉਸ ਹਾਪਸੀ ਦੇ ਦੇਸ਼ ਅੰਦਰ ਗਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਵੱਲੋਂ ਕੀਤੇ ਹੋਏ ਜਿਹੜੇ ਭੈੜੇ ਕਰਮ ਨੇ ਸਾਰੇ ਦੱਸੇ ਤੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਉੱਥੇ ਬੜਾ ਸੁੰਦਰ ਚੋਲਾ ਪਹਿਨਿਆ ਹੋਇਆ ਹੈ, ਜਿਨ੍ਹਾਂ ਉੱਪਰ 5 ਭਾਸ਼ਾਵਾਂ ਲਿਖੀਆਂ ਹਨ, ਜਿੱਥੇ ਹਿੰਦੀ ਹੈ, ਫਾਰਸੀ ਹੈ, ਇਸ ਪ੍ਰਕਾਰ ਉਰਦੂ ਹੈ, ਤੁਰਕੀ ਹੈ, ਸੰਸਕ੍ਰਿਤ ਹੈ। ਇਹਨਾਂ ਭਾਸ਼ਾਵਾਂ ਦੇ ਨਾਲ ਮਹਾਰਾਜ ਜੀਆਂ ਦੀ ਸੁੰਦਰਤਾ ਛੱਤ ਦੇ ਉੱਪਰ ਜਿੱਥੇ ਕਰਾਉਣ ਦੀਆਂ ਆਇਤਾਂ ਲਿਖੀਆਂ ਹੋਈਆਂ ਨੇ, ਉੱਥੇ ਹੋਰ ਵੀ ਬੜੀਆਂ ਸ਼ੁਭ ਪੰਕਤੀਆਂ ਸਤਿਗੁਰਾਂ ਦੇ ਚੋਲੇ ਉੱਪਰ ਸ਼ੋਭਾ ਪਾਉਂਦੀਆਂ। ਜਦੋਂ ਨਗਰ ਦਿਆਂ ਲੋਕਾਂ ਨੇ ਆ ਕਰਕੇ ਸਤਿਗੁਰਾਂ ਨੂੰ ਵੇਖਿਆ ਹੈ ਔਰ ਰਾਜੇ ਕੋਲ ਜਾ ਕਰਕੇ ਦੱਸਿਆ ਹੈ ਕਿ ਰਾਜਾ, ਆਪਣੇ ਨਗਰ ਦੇ ਵਿੱਚ ਕੋਈ ਸਾਧੂ ਕੋਈ ਸੰਤ ਆਇਆ ਹੋਇਆ ਹੈ, ਜਿਸ ਦੇ ਚੋਲੇ ਦੇ ਉੱਪਰ ਬੜੀਆਂ ਸੁੰਦਰ ਆਇਤਾਂ ਲਿਖੀਆਂ ਹੋਈਆਂ ਨੇ ਕੁਰਾਨ ਸ਼ਰੀਫ ਦੀਆਂ। ਤੇ ਸੰਗਤ ਜੀ, ਅੱਜ ਵੀ ਇਹ ਚੋਲਾ ਡੇਰਾ ਬਾਬਾ ਨਾਨਕ ਦੀ ਧਰਤੀ ਉੱਪਰ ਸ਼ੋਭਾ ਪਾ ਰਿਹਾ ਹੈ। ਲੋਕ ਜਾ ਕਰਕੇ ਅੱਜ ਵੀ ਦਰਸ਼ਨ ਦੀਦਾਰ ਇਸ ਸ਼ੁਭ ਚੋਲੇ ਦੇ ਕਰਦੇ ਨੇ। ਇਹ ਚੋਲਾ ਰੋਮ ਦੇਸ਼ ਦਾ ਜੋ ਰਾਜਾ ਉਸਦੀ ਪਤਨੀ ਨੇ ਸਤਿਗੁਰਾਂ ਨੂੰ ਭੇਟਾ ਕੀਤਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਤ ਜਦੋਂ ਉਸ ਕਾਲੇ ਹਾਪਸੀ ਰਾਜੇ ਨੇ ਸੁਣਿਆ ਹੈ, ਆਪਣੇ ਵਜ਼ੀਰਾਂ ਨੂੰ ਇਕੱਠਾ ਕੀਤਾ ਹੈ ਔਰ ਕਿਹਾ ਹੈ ਕਿ ਜਾਓ ਉਸ ਸਾਧੂ ਕੋਲੋਂ ਸੰਤ ਕੋਲੋਂ ਉਹ ਚੋਲਾ ਉਤਾਰ ਕੇ ਲੈ ਕੇ ਆਓ। ਜਦੋਂ ਇਕੱਠੇ ਹੋ ਕਰਕੇ ਸਤਿਗੁਰਾਂ ਦੇ ਕੋਲ ਆਏ ਨੇ ਤੇ ਆ ਕੇ ਸਾਰਾ ਵਰਤਾਂਤ ਦੱਸਦੇ ਨੇ। ਮਹਾਰਾਜ ਕਹਿੰਦੇ, ਭਾਈ ਜੇਕਰ ਧਾਰ ਤੋਂ ਉਤਰਦਾ ਹੈ ਤੇ ਉਤਾਰ ਲਓ। ਬੜਾ ਜ਼ੋਰ ਲਾਇਆ, ਬੜੇ ਤਰੀਕੇ ਅਪਣਾਏ, ਨਾ ਹੀ ਚੋਲਾ ਪਾਟਿਆ ਤੇ ਨਾ ਹੀ ਚੋਲਾ ਉਤਰਿਆ। ਅਖੀਰ ਵਿੱਚ ਰਾਜੇ ਨੂੰ ਜਦੋਂ ਆ ਕੇ ਦੱਸਿਆ ਹੈ ਕਿ ਰਾਜਾ ਬੜੇ ਗੁੱਸੇ ਵਿੱਚ ਆਇਆ, ਕਹਿਣ ਲੱਗਾ ਹੈ ਕਿ ਜਾਓ ਹੁਣ ਇਸ ਸੰਤ ਨੂੰ ਪਕੜ ਕਰਕੇ ਵਗਦੇ ਸਮੁੰਦਰ ਵਿੱਚ ਸੁੱਟ ਦੇਵੋ। ਲੋਕ ਆ ਕਰਕੇ ਉਹਨਾਂ ਦੇ ਅਹਲਕਾਰਾਂ ਨੇ ਸਤਿਗੁਰਾਂ ਨੂੰ ਡੂੰਘੇ ਸਮੁੰਦਰ ਅੰਦਰ ਸੁੱਟਿਆ। ਜਿਵੇਂ ਸਮੁੰਦਰ ਦੇ ਵਿੱਚ ਸੰਗਤ ਜੀ ਕਮਲ ਦਾ ਫੁੱਲ ਰਲੇਪ ਰਹਿੰਦਾ ਹੈ ਨਾ ਜਲ ਤੋਂ, ਇਹਦਾ ਸਤਿਗੁਰੂ ਜੀ ਰਲੇਪ ਨੇ ਤੁਪਕਾ ਭਰ ਵੀ ਸਤਿਗੁਰਾਂ ਨੂੰ ਛੂਹ ਨਹੀਂ ਸਕਿਆ ਜਾਂਦਾ। ਫਿਰ ਸਤਿਗੁਰਾਂ ਨੂੰ ਅੱਗ ਵਿੱਚ ਸੁਟਾਇਆ ਹੈ ਤੇ ਮਹਾਰਾਜ ਨੇ ਬਲ ਦੀ ਚਿਖਾ ਠੰਡੀ ਕਰ ਦਿੱਤੀ ਹੈ। ਫਿਰ ਪੱਥਰਾਂ ਵਿੱਚ ਵੀ ਦੱਬਿਆ ਗਿਆ, ਪਰ ਗੁਰੂ ਨਾਨਕ ਪਾਤਸ਼ਾਹ ਅੰਮ੍ਰਿਤ ਵੇਲੇ ਹੁੰਦਿਆਂ ਹੀ ਪੱਥਰਾਂ ਚੋਂ ਬਾਹਰ ਆਏ ਨੇ ਔਰ ਚੌਂਕੜਾ ਮਾਰ ਕੇ ਆਪਣਾ ਧਿਆਨ ਕਰਕੇ ਬੈਠੇ। ਜਦੋਂ ਆ ਕਰਕੇ ਨਗਰ ਦਿਆਂ ਲੋਕਾਂ ਨੇ ਦੱਸਿਆ ਹੈ ਕਿ ਇੱਥੇ ਬੜੇ ਸੰਤ ਆਏ, ਸਾਧੂ ਆਏ, ਰਾਜਾ ਤੋਂ ਸਾਰਿਆਂ ਦੇ ਜ਼ੁਲਮ ਕਮਾਏ, ਮਾਰ ਪਕਾਇਆ, ਪਰ ਇਹ ਕੋਈ ਆਮ ਨਹੀਂ ਜੋ ਤੇਰੀਆਂ ਦਿੱਤੀਆਂ ਸਜ਼ਾਵਾਂ ਦੇ ਨਾਲ ਮਰਦਾ ਨੇ ਜਾਂ ਉਸ ਦੇ ਚਰਨੀ ਪੈ ਕਰਕੇ ਆਪਣੀਆਂ ਭੁੱਲਾਂ ਬਖਸ਼ਾਉਣਾ ਕਰ। ਰਾਜੇ ਦੇ ਵੀ ਮਨ ਅੰਦਰ ਡਰ ਪੈਦਾ ਹੋਇਆ ਹੈ ਕਿ ਡੁੱਬ ਕੇ ਮਰਦਾ ਨਹੀਂ, ਸਦਕੇ ਵੀ ਨਹੀਂ ਮਰਦਾ ਤੇ ਪੱਥਰਾਂ ਦੇ ਥੱਲੇ ਵੀ ਨਹੀਂ ਮਰਦਾ। ਅਖੀਰ ਉਸ ਨਗਰ ਦਾ ਜੋ ਰਾਜਾ ਹੈ ਸਤਿਗੁਰਾਂ ਦੇ ਪਾਸ ਜਾ ਕਰਕੇ ਇਸ ਪ੍ਰਕਾਰ ਬੇਨਤੀਆਂ ਕਰਦਾ ਹੈ, ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ। ਇਸ ਰਾਜੇ ਦਾ ਨਾਮ ਲਾਜਪਤ ਰਾਜਾ ਹੈ। ਸੰਤ ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਤੋਂ ਇਤਿਹਾਸ ਆਉਂਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਆਏ ਚਰਨ ਪੰਕਜ ਲਪਟਾਇਓ। ਇਸ ਪ੍ਰਕਾਰ ਦੌੜਦਾ ਹੋਇਆ ਸਤਿਗੁਰਾਂ ਦੇ ਕੋਲ ਆਉਂਦਾ ਹੈ, ਜਿੱਥੇ ਮਹਾਰਾਜ ਭਾਈ ਲਾਲੇ ਮਰਦਾਨੇ ਦੇ ਨਾਲ ਬੈਠੇ ਨੇ। ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਦਾ ਹੈ। ਬੰਦ ਕੇ ਬਚਨ ਲਾਇਓ। ਦੋਨੋਂ ਹੱਥ ਜੋੜੇ ਨੇ ਰਾਜੇ ਨੇ ਸਤਿਗੁਰਾਂ ਤਾਈਂ ਬਚਨ ਫਰਮਾਉਂਦਾ ਹੈ ਜੀ। ਮੈਂ ਬਹੁਤੀ ਕੀਮੀ ਤਸਕੀਰੰ। ਮਹਾਰਾਜ, ਮੈਂ ਆਪ ਜੀਆਂ ਦੇ ਨਾਲ ਬਿਨਾਂ ਗੱਲ ਤੋਂ ਬੜੀ ਭਾਰੀ ਈਰਖਾ ਕੀਤੀ ਹੈ। ਬਖਸ਼ੋ ਆਪ ਤੁਮ ਗੁਣੀ ਗੰਭੀਰੰ। ਮਹਾਰਾਜ, ਤੁਸੀਂ ਤਾਂ ਗੁਣਾਂ ਦੇ ਖਜ਼ਾਨੇ ਹੋ, ਪਰ ਉਪਕਾਰੀ ਹੋ।
ਮੇਰੀਆਂ ਭੁੱਲਾਂ ਮੇਰੀਆਂ ਗਲਤੀਆਂ ਬਖਸ਼ ਲਵੋ। ਪੀਰਨ ਪੀਰ ਕੇ ਆਪ ਖੁਦਾਏ। ਮਹਾਰਾਜ ਆਪ ਜੀ ਤਾਂ ਪੀਰਾਂ ਦੇ ਵੀ ਪੀਰ ਹੋ, ਖੁਦਾ ਰੂਪ ਹੋ। ਹਉ ਛਿਨ ਨਾ ਪਰਗੁ ਲਖਾਏ। ਮਹਾਰਾਜ ਆਪ ਜੀ ਪ੍ਰਗਟ ਪਰਮੇਸ਼ਰ ਹੋ, ਪਰ ਸੰਸਾਰ ਦੇ ਲੋਕਾਂ ਨੂੰ ਜਤਾਉਂਦੇ ਨੇ, ਆਪਣਾ ਆਪ ਦਿਖਾਉਂਦੇ ਨੇ। ਜਿਹੜੀਆਂ ਪਰਮੇਸ਼ਰ ਦੀਆਂ ਸ਼ਕਤੀਆਂ ਕਰਾਮਾਤਾਂ ਨੇ, ਉਹ ਆਪ ਜੀਆਂ ਨੇ ਅਲੋਪ ਛੁਪਾ ਕੇ ਰੱਖੀਆਂ ਨੇ। ਰਾਵਰ ਕੀ ਰਜਾਏ ਮੁਰ ਧਰਉ। ਮਹਾਰਾਜ ਜਿਵੇਂ ਆਪ ਜੀ ਹੁਕਮ ਕਰੋਗੇ ਉਸੇ ਅਨੁਸਾਰ ਚੱਲਾਂਗਾ। ਬਹੁਰ ਅਵਗਿਆ ਫੇਰ ਨਾ ਕਰੋ। ਮਹਾਰਾਜ ਅੱਜ ਤੋਂ ਬਾਅਦ ਕੋਈ ਵੀ ਕਿਸੇ ਸੰਤ ਦੀ ਨਰਾਦਰੀ ਤੱਕ ਨਹੀਂ ਕਰਾਂਗਾ। ਭਾਵਨ ਜਾਨ ਬਨੇ ਮਹਿ ਦੋਸਾ। ਮਹਾਰਾਜ ਇਸ ਪ੍ਰਕਾਰ ਮੇਰੀਆਂ ਭੁੱਲਾਂ ਬਖਸ਼ ਲਵੋ, ਮੈਂ ਆਪ ਜੀ ਨੂੰ ਜਾਣਿਆ ਨਹੀਂ। ਕਰੋ ਮਹਿਰ ਪਲ ਹਰ ਪੁਰ ਡੋਸਾ। ਮਹਾਰਾਜ ਮੇਰੇ ਉੱਪਰ ਜੋ ਆਪ ਜੀਆਂ ਨੂੰ ਗੁੱਸਾ ਆਇਆ ਹੈ, ਕਿਰਪਾ ਕਰਕੇ ਗੁੱਸਾ ਛੱਡ ਦੇਵੋ। ਮਿਹਰਾਂ ਭਰੀ ਨਿਗਾਹ ਪਾਓ ਜੀ। ਦੀਨ ਦੇਖ ਕਰ ਦੀਨ ਦਿਆਲਾ। ਇਸ ਪ੍ਰਕਾਰ ਬੜਾ ਅਧੀਨ ਵੇਖ ਕਰਕੇ, ਰਾਜੇ ਨੂੰ ਨਿਮਰਤਾ ਵਿੱਚ ਵੇਖ ਕਰਕੇ, ਦਿਆਲੂ ਕਿਰਪਾਲੂ ਸਤਿਗੁਰੂ ਜੀ ਤੁਠੇ ਨੇ। ਕਬਿਓ ਕਰਨ ਉਪਕਾਰ ਵਿਸਾਲਾ। ਮਹਾਰਾਜ ਜੀਆਂ ਨੇ ਆਪਣੇ ਪਰ ਉਪਕਾਰੀ ਸੁਭਾਅ ਦੇ ਨਾਲ ਉਸ ਰਾਜੇ ਨੂੰ ਖਿਮਾ ਬਖਸ਼ੀ ਹੈ। ਦੂਬਰਾ ਨਰ ਮਾਰਨ ਜੇ ਪਰ ਹਰੈ। ਮਹਾਰਾਜ ਕਹਿੰਦੇ ਹੈ, ਰਾਜਾ ਤੇਰਾ ਭਲਾ ਇਸੇ ਵਿੱਚ ਹੈ, ਜੋ ਤੂੰ ਲੋਕਾਂ ਦੇ ਨਾਲ, ਹਿੰਦੂਆਂ ਦੇ ਨਾਲ ਈਰਖਾ ਕਰਦਾ ਹੈ, ਉਹਨਾਂ ਨੂੰ ਮਾਰ ਮਕਾਉਣਾ ਹੈ। ਤੈਨੂੰ ਇਹ ਆਪਣਾ ਈਰਖਾ ਵਾਲਾ ਜਿਹੜਾ ਸੁਭਾਅ ਛੱਡਣਾ ਪਵੇਗਾ। ਤੋ ਤੁਮ ਬਖਸ਼ਿਆ ਜਾਏ। ਫਿਰ ਤੂੰ ਬਖਸ਼ਿਆ ਜਾਵੇਗਾ, ਫਿਰ ਤੇਰੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ। ਨਹਿ ਤਿਆਗੇ ਦੁਖ ਪਾਏ ਹੈ। ਜੇਕਰ ਤੂੰ ਆਪਣਾ ਐਸਾ ਸੁਭਾਅ ਨਹੀਂ ਤਿਆਗੇਗਾ, ਦੁਜਖ ਮਿਲੈ ਸਜਾਏ। ਤੇ ਦੋਜਖ ਨਰਕਾਂ ਦੇ ਵਿੱਚ ਜਾ ਕਰਕੇ ਤੈਨੂੰ ਭਾਰੀ ਇਹ ਸਜ਼ਾ ਭੋਗਣੀ ਪਵੇਗੀ। ਚੌਪਈ ਲਾਜ ਵਰਦ ਸੁਨ ਬੈਨ ਅਲਾਇਓ। ਜਿਹੜਾ ਹਬਸੀ ਦੇਸ਼ ਦਾ ਰਾਜਾ ਲਾਜ ਕਰਦਾ ਹੈ, ਉਸਨੇ ਸੁਣ ਕਰਕੇ ਕਹਿਣਾ ਕੀਤਾ ਹੈ, ਜਬ ਤੋ ਤੁਮਰੇ ਪਗਲ ਪਟਾਇਓ। ਮਹਾਰਾਜ ਜਦੋਂ ਦਾ ਆਪ ਜੀਆਂ ਦੇ ਚਰਨਾਂ ਉੱਪਰ ਸਿਰ ਰੱਖਿਆ ਹੈ ਜੀ। ਤ੍ਰੈਨ ਤੋਰਨ ਕੀ ਸਾਖਤ ਨਾ ਰਖੀ। ਮਹਾਰਾਜ ਬੰਦਾ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ, ਹੁਣ ਤਾਂ ਕੱਖ ਤੋੜਨ ਦੀ ਸ਼ਕਤੀ ਨਹੀਂ ਰਹੀ ਹੈ। ਔਰ ਕਹੋ ਜੋ ਕਰਮੋ ਸਹੀ। ਮਹਾਰਾਜ ਜਿਵੇਂ ਆਪ ਜੀਆਂ ਨੂੰ ਸਹੀ ਲੱਗਦਾ ਹੈ, ਜਿਵੇਂ ਮੇਰਾ ਭਲਾ ਹੋਵੇਗਾ, ਐਸਾ ਉਪਦੇਸ਼ ਬਖਸ਼ੋ ਜੀ। ਜੇ ਤੈ ਹਮਰੀ ਆਇਸ ਮਾਨੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਭਾਈ ਜਿਸਨੇ ਵੀ ਸਾਡੇ ਹੁਕਮ ਮੰਨੇ ਨੇ, ਸਾਡੀ ਆਗਿਆ ਮੰਨੀ ਹੈ, ਸਤਨਾਮ ਸਿਮਰੋ ਸੁਖਦਾਨੀ। ਤੇ ਜਿਹੜੇ ਲੋਕ ਸੁੱਖਾਂ ਨੂੰ ਦੇਣ ਵਾਲੇ ਸਤਨਾਮ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਕਰ ਅਪਾਰ ਕੋ ਭੇਤ ਖੁਦਾਏ। ਇਸੇ ਪ੍ਰਕਾਰ ਰਾਜਾ ਜੇਕਰ ਸਾਡੇ ਹੁਕਮ ਮੰਨੇਗਾ ਔਰ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੇਗਾ, ਨਾਮ ਜਪੇਗਾ, ਕੋਈ ਗਰੀਬ ਵੇਖ ਕਰਕੇ, ਭੁੱਖਾ ਵੇਖ ਕਰਕੇ, ਦੇਸ਼ ਆਪਣੇ ਦੇਖ ਚਲਾਏ। ਤੇ ਆਪਣੇ ਦੇਸ਼ ਅੰਦਰ ਐਸਾ ਲੰਗਰ ਚਲਾਉਣਾ ਕਰ, ਕੋਈ ਵੀ ਰਾਹੀ ਪਾਂਦੀ ਆਉਂਦਾ ਜਾਂਦਾ ਲੋੜਵੰਦ ਇਹ ਤੋਂ ਪ੍ਰਸ਼ਾਦਾ ਛਕੇ ਔਰ ਆਪਣੀ ਭੁੱਖ ਦੂਰ ਕਰੇ ਜੀ। ਭੁੱਖਾ ਰਹਿਣ ਨਾ ਕੋ ਪਾਵੇ। ਇਹ ਰਾਜਾ ਪਰਮੇਸ਼ਰ ਨੇ ਤੈਨੂੰ ਰਾਜ ਬਖਸ਼ਿਆ ਹੈ, ਤੇਰੇ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਪਾਸਤਰ ਸੋ ਦੇਖੋ ਨਗਰ ਜੋ ਆਵੇ। ਜਦੋਂ ਵੀ ਕੋਈ ਸੰਤ ਸਾਧੂ ਲੋੜਵੰਦ ਗਰੀਬ ਗੁਰਬਾ ਤੇਰੇ ਨਗਰ ਆਵੇ, ਉਸ ਨੂੰ ਲੋੜ ਅਨੁਸਾਰ ਪ੍ਰਸ਼ਾਦਾ ਛਕਾਉਣਾ ਔਰ ਉਸ ਨੂੰ ਵਸਤਰ ਭੇਟਾ ਕਰਨੇ ਨੇ। ਆਜ ਕੀ ਪਰਵਾਸ ਕਰੀਜੈ। ਤੇ ਜਿਹੜੇ ਦੁਖੀ ਗਰੀਬ ਲੋਕ ਨੇ, ਉਹਨਾਂ ਦੀ ਪਾਲਣਾ ਤੂੰ ਕਰਨੀ ਹੈ। ਕਲਮਲ ਕਰਨੇ ਸਭ ਕਜ ਦੀਜੈ। ਔਰ ਜੀਵਨ ਅੰਦਰ ਹੁਣ ਜਿੰਨੇ ਤੂੰ ਕਰਮ ਭੈੜੇ ਕਮਾਏ ਨੇ, ਪਾਪ ਕਮਾਏ ਨੇ,
ਉਹ ਸਾਰੇ ਹੀ ਛੱਡਣਾ ਤਿਆਗਣਾ ਕਰ। ਮਾਨ ਬਚਨ ਕੀਨੋ ਸੋ ਕਾਮੋ ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਮੰਨ ਕਰਕੇ ਉਸ ਲਾਜ ਕਰਦ ਰਾਜੇ ਨੇ ਹੁਕਮ ਕਮਾਇਆ ਹੈ। ਸਿਮਰਨ ਕਾਰਨ ਲੱਗਾ ਸਤਨਾਮੋ ਹਰ ਰੋਜ਼ ਚੌਂਕੜਾ ਮਾਰਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਹੈ ਜੀ। ਪੀਰ ਕਰਿਓ ਸ੍ਰੀ ਨਾਨਕ ਤਾਹੀ ਫਿਰ ਆਪਣਾ ਜੋ ਪੀਰ ਹੈ ਖੁਦਾ ਹੈ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੂੰ ਬਣਾਉਣਾ ਕੀਤਾ ਹੈ। ਭਇਓ ਮਰੀਦ ਸੇਵ ਚਿਤ ਚਾਹੀ ਤੇ ਮਨ ਦੇ ਅੰਦਰ ਸਤਿਗੁਰਾਂ ਦੀ ਚਰਨਾਂ ਦੀ ਸੇਵਾ ਦੀ ਇੱਛਾ ਜਾਗੀ ਹੈ, ਸਤਿਗੁਰਾਂ ਦਾ ਮਰੀਦ ਸੇਵਕ ਬਣਿਆ ਹੈ। ਕੇਤਕ ਦਿਵਸ ਬਸੇ ਤਿਸ ਪੁਰ ਮੈਂ ਕੋਟਿਕ ਦਿਨ ਮਹਾਰਾਜ ਹੋਰ ਇਸ ਹਬਸੀ ਇਲਾਕੇ ਦੇ ਵਿੱਚ ਰਹਿਣਾ ਕੀਤਾ ਹੈ। ਬਸਰੇ ਉਸ ਜਸ ਸਰਬ ਘਰ ਘਰ ਤੇ ਮੈਂ ਹਬਸੀ ਇਲਾਕੇ ਦੇ ਘਰ ਘਰ ਵਿੱਚ ਗੁਰੂ ਨਾਨਕ ਦੇਵ ਜੀਆਂ ਦਾ ਜਸ ਹੋਣ ਲੱਗਾ ਹੈ। ਗੋਬਨ ਲੱਗੀ ਅਖਿਤ ਕੀ ਸੇਵਾ ਕਿਉਂ ਜਸ ਹੋਣ ਲੱਗਾ ਹੈ? ਕਿਉਂਕਿ ਜਿੱਥੇ ਗਰੀਬ ਗੁਰਬਿਆਂ ਨੂੰ ਕੁਚਲਿਆ ਜਾਂਦਾ ਸੀ, ਨਿਆਂ ਨਹੀਂ ਕੀਤਾ ਜਾਂਦਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਜਾ ਕਰਕੇ ਐਸੀ ਉੱਥੋਂ ਦੇ ਰਾਜੇ ਨੂੰ ਮੱਤ ਬਖਸ਼ੀ ਹੈ, ਸ੍ਰੇਸ਼ਟ ਮੱਤ ਬਖਸ਼ਿਸ਼ ਕੀਤੀ ਹੈ। ਹੁਣ ਉਹਨਾਂ ਗਰੀਬ ਗੁਰਬਿਆਂ ਦਾ ਸਤਿਕਾਰ ਹੁੰਦਾ ਹੈ, ਉਹਨਾਂ ਨੂੰ ਲੋੜ ਅਨੁਸਾਰ ਵਸਤਰ ਔਰ ਭੋਜਨ ਪ੍ਰਾਪਤ ਹੁੰਦਾ ਹੈ ਜੀ। ਗੋਬਨ ਲੱਗੀ ਅਖਿਤ ਕੀ ਸੇਵਾ ਇਸ ਪ੍ਰਕਾਰ ਗਰੀਬ ਗੁਰਬਿਆਂ ਦੀ ਸੇਵਾ ਹੋਣ ਲੱਗੀ ਹੈ। ਜਪੇ ਨਾਮ ਸ੍ਰੀ ਅਲਖ ਅਭੇਵਾ ਤੇ ਸਾਰੇ ਹੀ ਸਤਿਨਾਮ ਵਾਹਿਗੁਰੂ ਦਾ ਨਾਮ ਜਪਦੇ ਨੇ। ਇੱਕ ਦਿਵਸ ਬੈਠੇ ਜਗ ਸਾਈ ਭਾਈ ਬਾਲਾ ਜੀ ਕਹਿੰਦੇ ਏਦਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦਿਨ ਇਕੱਲੇ ਹੀ ਅੰਤਰ ਧਿਆਨ ਬੈਠੇ ਸਨ। ਸ੍ਰੀ ਅੰਗਦ ਮੈਂ ਗਿਰਾ ਅਲਾਈ हे ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ। ਭਾਈ ਬਾਲਾ ਜੀ ਕਹਿੰਦੇ ਜਾ ਕੇ ਮੈਂ ਬੇਨਤੀ ਕੀਤੀ ਹੈ। ਰਾਮਚੰਦ ਸ੍ਰੀ ਪ੍ਰਭ ਅਵਤਾਰਾ ਇਸ ਪ੍ਰਕਾਰ ਮਹਾਰਾਜ ਜਿਹੜਾ ਸ਼੍ਰੀ ਰਾਮਚੰਦਰ ਜੀ ਹੋਏ ਨੇ, ਉਹ ਵੀ ਆਪਣੇ ਸਮੇਂ ਦੇ ਅਵਤਾਰ ਨੇ। ਦੰਦਨ ਗੋਕਲ ਜਾਹਿ ਸੰਘਾਰਾ ਜਿਨ੍ਹਾਂ ਨੇ ਲੰਕਾ ਦੇ ਵਿੱਚ ਜਾ ਕਰਕੇ ਦੈਂਤਾਂ ਨੂੰ ਮਾਰ ਮੁਕਾਇਆ ਸੀ। ਲੰਕਾ ਹੁਤੀ ਉਦਤ ਕੇ ਮਾਹੀ ਮਹਾਰਾਜ ਮੈਂ ਸੁਣਿਆ ਹੈ ਕਿ ਜੋ ਰਾਵਣ ਦੀ ਲੰਕਾ ਉਹ ਸਮੁੰਦਰ ਦੇ ਵਿਚਕਾਰ ਸੀ। ਮਾਰਗ ਜਾਨ ਤਹਾਂ ਕੋ ਨਾਹੀ ਤੇ ਲੰਕਾ ਨੂੰ ਜਾਣ ਦਾ ਔਰ ਆਉਣ ਦਾ ਕੋਈ ਵੀ ਰਸਤਾ ਨਹੀਂ ਸੀ ਜੀ। ਗਿਰਦ ਰਾਏ ਕਹਿ ਸੇਤ ਬੰਧਾਵਾ ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਨੇ ਜਾ ਕਰਕੇ ਸਮੁੰਦਰ ਦੇ ਉੱਪਰ ਪੱਥਰ ਤਾਰੇ ਔਰ ਪੁਲ ਬਣਾਇਆ ਹੈ। ਸਭ ਕੱਪ ਕਟਕ ਪਾਸ ਲੰਘਾਵਾ ਕਹਿੰਦੇ ਆਪਣੇ ਨਾਲ ਜਿਹੜੀ ਬਾਨਰਾਂ ਦੀ ਸੈਨਾ ਸੀ ਉਸ ਨੂੰ ਪਾਰ ਲੰਘਾਇਆ ਸੀ। ਹੈ ਅਵਲੋਕਨ ਲਾਲਸ ਮੋਹੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਸ ਪੁਲ ਨੂੰ ਅਤੇ ਲੰਕਾ ਨੂੰ ਵੇਖਣ ਦੀ ਬੜੀ ਇੱਛਾ ਹੈ। ਕਿਰਪਾ ਧਾਰ ਦਿਖਰਾਵ ਹੋਈ ਕਿਰਪਾ ਕਰੋ ਮਹਾਰਾਜ ਉਸ ਲੰਕਾ ਔਰ ਪੁਲ ਨੂੰ ਦਿਖਾਉਣਾ ਕਰੋ ਜੀ। ਸੁਣ ਕੇ ਬੋਲੇ ਪਰਮ ਕਿਰਪਾਲਾ ਸੁਣ ਕਰਕੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਬੋਲੇ ਨੇ। ਤੁਮਰਾ ਕਹਿਓ ਕਰੋ ਹਉ ਬਾਲਾ ਭਾਈ ਬਾਲਾ ਜੀ ਤੁਸੀਂ ਸਾਡੇ ਪਰਮ ਮਿੱਤਰ ਹੋ, ਪ੍ਰਾਣਾਂ ਤੋਂ ਪਿਆਰੇ ਹੋ, ਤੁਹਾਡਾ ਕਹਿਆ ਕਿਵੇਂ ਮੋੜਾਂਗੇ। ਵਿਦਾ ਭਾਏ ਤਿਨ ਤੇ ਪਰ ਆਈ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਉਸ ਲਾਜ ਕਰਦ ਰਾਜੇ ਤੋਂ ਅੱਗੇ ਵਿਦਾ ਹੋਏ ਨੇ। ਦਕਸ਼ਿਨ ਗਮਨ ਕੀਨ ਗਤਦਾਈ ਮਹਾਰਾਜ ਪਲ ਦੇ ਵਿੱਚ ਉਸ ਸਮੁੰਦਰ ਦੇ ਇਲਾਕੇ ਪਹੁੰਚੇ ਨੇ ਜੀ। ਪੂਰਨ ਪਹੁੰਚੇ ਸਾਗਰ ਤੀਰੰ ਬੜੀ ਛੇਤੀ ਮਹਾਰਾਜ ਸਾਗਰ ਸਮੁੰਦਰ ਦੇ ਕਿਨਾਰੇ ਪਹੁੰਚੇ ਨੇ ਜਿੱਥੇ ਪੁਲ ਵਜਿਆ ਹੈ। ਬੈਠ ਗਏ ਕਹੇ ਗੁਨੀ ਕਹੀਰੰ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਸਮੁੰਦਰ ਕਿਨਾਰੇ ਬੈਠੇ ਨੇ। ਜਹ ਰਘਬੀਰ ਸੇਤ ਬੰਧਵਾਇਓ ਜਿੱਥੇ ਰਘੂਆਂ ਦੀ ਕੁਲ ਦੇ ਰਾਜੇ ਸ਼੍ਰੀ ਰਾਮਚੰਦਰ ਨੇ ਪੁਲ ਬਣਵਾਇਆ ਸੀ। ਏਕ ਲਿੰਗ ਸਿਵ ਤਹਾਂ ਸੁਹਾਇਓ ਉਸ ਪੁਲ ਦੇ ਨਜ਼ਦੀਕ ਹੀ ਇੱਕ ਸ਼ਿਵਜੀ ਭਗਵਾਨ ਦਾ ਸ਼ਿਵਲਿੰਗ ਬਣਿਆ ਹੋਇਆ।
ਜੋ ਸੰਗਤ ਜੀ ਕਾਲੇ ਰੰਗ ਦਾ ਪੱਥਰ ਹੁੰਦਾ ਹੈ, ਹਿੰਦੂ ਧਰਮ ਦੇ ਅੰਦਰ ਉਹਦੀ ਬੜੀ ਮਨੌਤ ਹੈ। ਉਹ ਪੱਥਰ ਉੱਥੇ ਵੇਖ ਕੇ ਕਹਿ ਲੋਕ ਬੋਲਿਓ ਮਰਦਾਨਾ, ਤੇ ਭਾਈ ਮਰਦਾਨਾ ਜੀ ਸ਼ਿਵਲਿੰਗ ਨੂੰ ਵੇਖ ਕਰਕੇ ਬੋਲੇ ਨੇ, ਕਿਸ ਪ੍ਰਕਾਰ ਸਿਵਲਿੰਗ ਸਥਾਨਾ। ਕਹਿਣ ਲੱਗੇ ਮਹਾਰਾਜ ਇੱਥੇ ਤਾਂ ਸ਼੍ਰੀ ਰਾਮਚੰਦਰ ਨੇ ਪੁਲ ਬਣਵਾਇਆ ਸੀ, ਤੇ ਜਿੱਥੋਂ ਪੁਲ ਦੇ ਉੱਪਰ ਚੜ੍ਹਨਾ ਸ਼ੁਰੂ ਹੁੰਦਾ ਹੈ ਉਹ ਤੋਂ ਪਹਿਲਾਂ ਇਹ ਸ਼ਿਵਲਿੰਗ ਕਿਸ ਨੇ ਬਣਵਾਇਆ ਹੈ? ਕਿਹਨੇ ਇਹ ਸਥਾਪਨ ਕੀਨੋ, ਇਹਨੇ ਇੱਥੇ ਸਥਾਪਨ ਕੀਤਾ ਹੈ। ਮਹਾ ਮਹਾਤਮਾ ਪੂਜਨ ਕੀਨੋ, ਇਸ ਪ੍ਰਕਾਰ ਇਹਦੀ ਕਿਹੜੀ ਗੱਲ ਤੋਂ ਪੂਜਾ ਹੋਈ ਹੈ? ਸਰਬ ਸੁਨਾਵੋ ਮੁਝੇ ਪ੍ਰਸੰਗਾ। ਮਹਾਰਾਜ ਮੈਨੂੰ ਇਹ ਸ਼ਿਵਲਿੰਗ ਦਾ ਸਾਰਾ ਪ੍ਰਸੰਗ ਦੱਸਣਾ ਕਰੋ ਜੀ। ਭੂਤ ਭਵਿੱਖ ਲਭੋ ਸਰਬੰਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਤੁਸੀਂ ਬੀਤਿਆ ਹੋਇਆ ਸਮਾਂ ਔਰ ਆਉਣ ਵਾਲੇ ਸਮੇਂ ਦੀ ਬਾਬਤ ਜਾਣਕਾਰੀ ਰੱਖਦੇ ਹੋ ਜੀ। ਸ੍ਰੀ ਨਾਨਕ ਬੋਲੇ ਬਚਨ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੀ ਬੇਨਤੀ ਸੁਣ ਕਰਕੇ ਬੋਲੇ ਨੇ, ਸੋਨਾ ਮਰਦਾਨੇ ਗਾਥ। ਇਸ ਪ੍ਰਕਾਰ ਜਿਹੜੀ ਇਹ ਸ਼ਿਵਲਿੰਗ ਦੀ ਗਾਥਾ ਹੈ ਨਾ, ਭਾਈ ਮਰਦਾਨਾ ਜੀ ਸੁਣਨਾ ਕਰੋ। ਰਾਮਚੰਦਰ ਆਏ ਇੱਥੇ ਸ਼੍ਰੀ ਰਾਮਚੰਦਰ ਜੀ ਆਏ ਸਨ। ਬਾਂਦਰ ਕਾਲ ਦੇ ਸਾਥ, ਸਾਰੇ ਬਾਂਦਰ ਸੈਨਾ ਨੂੰ ਲੈ ਕਰਕੇ ਆਏ ਸੀ ਜੀ। ਚੌਪਈ ਉਦਤ ਵਿਲੋਕਤ ਹਿਰਦੈ ਵਿਚਾਰਾ। ਇਸ ਪ੍ਰਕਾਰ ਜਦੋਂ ਲੰਕਾ ਵਿਚਕਾਰ ਵੇਖੀ ਔਰ ਚਾਰੇ ਪਾਸੇ ਸਮੁੰਦਰ ਵੇਖਿਆ ਹੈ, ਇਸਕੇ ਜਾਵ ਕੇ ਕਹਿਬਤ ਪਾਰਾ। ਤੇ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਸਾਥੀਆਂ ਨਾਲ ਸਲਾਹ ਕਰਦੇ ਪੁੱਛਿਆ ਸੀ ਕਿ ਕਿਵੇਂ ਸਮੁੰਦਰ ਪਾਰ ਹੋਵੇਗਾ। ਸਭ ਮਿਲ ਕਹਿਓ ਬੰਧਾਵੋ ਸੇਤਾ। ਤੇ ਸਾਰਿਆਂ ਨੇ ਬੇਨਤੀ ਕੀਤੀ ਕਿ हे ਪ੍ਰਭੂ ਆਪਾਂ ਸਮੁੰਦਰ ਤੇ ਪੁਲ ਬਣਾਉਣਾ ਕਰੀਏ ਜੀ। ਮਾਨ ਲੀਨ ਅਸਰਾਗ ਕੁਲ ਕੀਤਾ। ਸਾਰਿਆਂ ਦੀ ਸਲਾਹ ਪ੍ਰਵਾਨ ਕੀਤੀ ਰਘੂਆਂ ਦੇ ਰਾਜੇ ਸ਼੍ਰੀ ਰਾਮ ਨੇ ਔਰ ਪੁਲ ਬਣਵਾਉਣਾ ਕੀਤਾ ਸੀ। ਪ੍ਰਥਮੇ ਸਿਰ ਕੀ ਪੂਜਾ ਕੀਨੀ। ਇਸ ਪ੍ਰਕਾਰ ਪੁਲ ਦੀ ਤਿਆਰੀ ਕਰਨ ਤੋਂ ਪਹਿਲਾਂ, ਬਣਾਉਣ ਤੋਂ ਪਹਿਲਾਂ ਸ਼੍ਰੀ ਰਾਮਚੰਦਰ ਜੀ ਨੇ ਸ਼ਿਵਲਿੰਗ ਦੀ ਪੂਜਾ ਕੀਤੀ ਸੀ। ਕੁਲ ਬੰਧਨ ਬਨ ਆਇਸ ਦੀਨੀ। ਪੂਜਾ ਕਰਕੇ ਫੇਰ ਪੁਲ ਬੰਨਣ ਦੀ ਆਗਿਆ ਦਿੱਤੀ ਹੈ। ਕਾਜ ਕਰਨ ਤੇ ਜੌਨ ਅਗਾਰੇ। ਇਦਾਂ ਹੀ ਮਹਾਰਾਜ ਦੱਸਦੇ ਨੇ ਕਿ ਭਾਈ ਮਰਦਾਨਾ ਜੀ ਜੋ ਵੀ ਗੁਰਸਿੱਖ ਆਪਣੇ ਜੀਵਨ ਦੇ ਅੰਦਰ ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ, ਪਹਿਲਾਂ ਗੁਰੂ ਦੀ ਪੂਜਾ ਕਰੇ, ਅਰਦਾਸ ਬੇਨਤੀਆਂ ਕਰੇ, ਕਰਵਾਵੇ, ਫੇਰ ਕੰਮ ਆਰੰਭ ਕਰੇ ਤੇ ਸੁਖ ਹੋਵੇਗਾ। ਇਸ ਪ੍ਰਕਾਰ ਭਾਈ ਮਰਦਾਨਾ ਜੀ ਸ਼੍ਰੀ ਰਾਮਚੰਦਰ ਜੀ ਨੇ ਪੂਜਾ ਕੀਤੀ ਸੀ। ਉਦੋਂ ਦਾ ਇਹ ਸ਼ਿਵਲਿੰਗ ਇੱਥੇ ਸੋਭਦਾ ਹੈ। ਇਹ ਰਘੂਆਂ ਦੇ ਕੁਲ ਦੇ ਰਾਜੇ ਰਾਮਚੰਦਰ ਨੇ ਸਥਾਪਨ ਕੀਤਾ ਹੈ। ਇਸ ਪ੍ਰਕਾਰ ਫਿਰ ਪੱਥਰਾਂ ਦੇ ਉੱਪਰ ਆਪਣਾ ਨਾਮ ਰਾਮ ਰਾਮ ਲਿਖ ਕਰਕੇ ਫਿਰ ਕਿਨਾਰੇ ਤੋਂ ਲੈ ਕਰਕੇ ਲੰਕਾ ਦੇ ਦੂਜੇ ਕਿਨਾਰੇ ਤੱਕ ਇਸ ਪ੍ਰਕਾਰ ਪੁਲ ਬਣਵਾਇਆ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹਨਾਂ ਗੱਲਾਂ ਦਾ ਤਾਂ ਮੇਰੇ ਮਨ ਅੰਦਰ ਸ਼ੰਕਾ ਹੈ। ਸ਼੍ਰੀ ਰਾਮਚੰਦਰ ਜੀ ਨੇ ਕਿਵੇਂ ਸ਼ਿਵਲਿੰਗ ਦੀ ਪੂਜਾ ਕੀਤੀ ਔਰ ਕਿਉਂ ਕੀਤੀ ਹੈ? ਕਿਉਂਕਿ ਸ਼੍ਰੀ ਰਾਮਚੰਦਰ ਜੀ ਸਮਰੱਥ ਅਵਤਾਰ ਸਨ, ਇਸ ਪ੍ਰਕਾਰ ਸਾਰਾ ਕੁਝ ਕਰਨ ਯੋਗ ਸੀ। ਇਸ ਪ੍ਰਕਾਰ ਜਦੋਂ ਸ਼੍ਰੀ ਰਾਮਚੰਦਰ ਜੀ ਆਪ ਹੀ ਇੱਥੇ ਪੁਲ ਬੰਨਣ ਲਈ ਆ ਗਏ ਸਨ, ਫਿਰ ਉਹਨਾਂ ਨੇ ਪੂਜਾ ਕਿਉਂ ਕੀਤੀ? ਕਿਉਂ ਇਸ ਪ੍ਰਕਾਰ ਸ਼ਿਵ ਜੀ ਦੀ ਪੂਜਾ ਹੋਈ ਹੈ? ਮਹਾਰਾਜ ਇੱਕ ਤਾਂ ਮੇਰੇ ਮਨ ਅੰਦਰ ਇਹ ਸ਼ੰਕਾ ਹੈ।
ਦੂਸਰਾ ਮਹਾਰਾਜ ਫਿਰ ਪੱਥਰਾਂ ਦੇ ਉੱਪਰ ਆਪਣਾ ਨਾਮ ਕਿਉਂ ਲਿਖਿਆ? ਕਿਉਂਕਿ ਪੂਜਾ ਤਾਂ ਭਗਵਾਨ ਸ਼ਿਵ ਜੀ ਦੀ ਕੀਤੀ ਹੈ, ਔਰ ਜਦੋਂ ਪੱਥਰ ਤਾਰਨ ਦੀ ਵਾਰੀ ਆਈ ਤੇ ਫਿਰ ਆਪਣਾ ਨਾਮ ਕਿਉਂ ਲਿਖਿਆ ਹੈ? ਤਾਰੇ ਪਾਵਨ ਰਾਖੇ ਜੋਰੀ। ਇਸ ਪ੍ਰਕਾਰ ਜੋੜ ਜੋੜ ਕੇ ਜਦੋਂ ਪੱਥਰਾਂ ਨੂੰ ਪਾਣੀ ਉੱਪਰ ਰੱਖਿਆ ਔਰ ਸਾਰੇ ਤੈਰੇ ਸੀ। ਇਸ ਪ੍ਰਕਾਰ ਜੋ ਤਿੰਨ ਪ੍ਰਯਾਸਾ। ਮਹਾਰਾਜ ਇਸ ਪ੍ਰਕਾਰ ਦਾ ਪ੍ਰਯਾਸ ਕਿਉਂ ਸ਼੍ਰੀ ਰਾਮ ਜੀਆਂ ਨੇ ਕੀਤਾ ਹੈ? ਔਰ ਸੰਸੇ ਕਰੇ ਦੇਹੋ ਬਿਨਾਸਾ। ਮਹਾਰਾਜ ਇਹ ਮੇਰੇ ਦੋਨੋਂ ਹੀ ਸ਼ੰਕੇ ਦੂਰ ਕਰ ਦੇਵੋ ਜੀ। ਅਵੇ ਬਲ ਜੀ ਨੇ ਇਹੋ ਬਨ ਆਈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਤਾਈ ਭਾਈ ਮਰਦਾਨਾ ਜੀ ਕਹਿੰਦਾ ਹੈ, ਮਹਾਰਾਜ ਇਹ ਤਾਂ ਏਦਾਂ ਜਾਪਦਾ ਹੈ ਜੀ ਅਪਰ ਅਲੰਗ ਪਾਏ ਕਰ ਜਾਈ। ਕਿ ਜਿਵੇਂ ਕਿਸੇ ਤੋਂ ਆਪ ਤੈਰਿਆ ਨਾ ਜਾਵੇ ਔਰ ਕਿਸੇ ਦਾ ਆਸਰਾ ਲੈ ਕੇ ਪਾਰ ਹੋਣ। ਮੈਨੂੰ ਏਦਾਂ ਲੱਗਦਾ ਹੈ ਸ਼੍ਰੀ ਰਾਮਚੰਦਰ ਜੀਆਂ ਨੇ ਸ਼ਿਵ ਜੀ ਦਾ ਆਸਰਾ ਲਿਆ ਹੈ। ਸ਼ੰਕਰ ਕਿਰਪਾ ਨਿਧਾਨ ਬਖਾਨਾ। ਮੇਰ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੱਸਦੇ ਨੇ। ਉੱਤਰ ਸੁਨੋ ਕਾਨ ਮਰਦਾਨਾ। ਭਾਈ ਮਰਦਾਨਾ ਜੀ ਹੁਣ ਕੰਨ ਦੇ ਕਰਕੇ ਆਪਣੇ ਸ਼ੰਕਿਆ ਦਾ ਉੱਤਰ ਸੁਣ ਲਵੋ। ਭਗਤ ਨਾਮ ਕੀ ਬਾਟ ਵਡਿਆਈ। ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਭਗਤ ਹੁੰਦੇ ਨੇ ਉਹਨਾਂ ਦੀ ਵਡਿਆਈ ਬੜੀ ਵੱਡੀ ਹੈ। ਸੋਨਰ ਸਭ ਮਹਿ ਆਪ ਰਖਾਈ। ਦੇਵਤਿਆਂ ਵਿੱਚ ਔਰ ਮਨੁੱਖਾਂ ਦੇ ਵਿੱਚ ਹਮੇਸ਼ਾ ਹੀ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਭਗਤ ਨੇ ਉਹਨਾਂ ਦੀ ਉਸਤਤ ਵਡਿਆਈ ਜ਼ਿਆਦਾ ਹੁੰਦੀ ਹੈ। ਸਭ ਭਗਤਾਂ ਮਹਿ ਸੰਭ ਮਹਾਨਾ। ਤੇ ਸਾਰਿਆਂ ਹੀ ਭਗਤਾਂ ਦੇ ਵਿੱਚੋਂ ਜੋ ਭਗਵਾਨ ਸ਼ਿਵ ਜੀ ਹੈ ਉਹ ਸਾਰਿਆਂ ਭਗਤਾਂ ਚੋਂ ਵੱਡਾ ਭਗਤ ਹੈ। ਆਪੋ ਜਾਮ ਧਰਮੇ ਔਰ ਧਿਆਨਾ। ਇਸ ਪ੍ਰਕਾਰ ਅੱਠੇ ਪੈਰ ਹੀ ਜਿਸਨੇ ਪਰਮੇਸ਼ਰ ਦਾ ਧਿਆਨ ਧਾਰਨ ਕਰਕੇ ਰੱਖਿਆ ਸੀ। ਵਿਸ਼ਨ ਸੰਤੋਖਨ ਉਜਲ ਰੰਗਾ। ਇਸ ਪ੍ਰਕਾਰ ਜੋ ਭਗਵਾਨ ਸ਼ਿਵ ਜੀ ਹੈ ਭਗਵਾਨ ਵਿਸ਼ਨੂੰ ਦਾ ਧਿਆਨ ਧਾਰਦਾ ਸੀ ਔਰ ਭਗਵਾਨ ਵਿਸ਼ਨੂੰ ਜੀ ਬੜੇ ਸਤੋ ਗੁਣੀ ਸਨ ਔਰ ਉਹਨਾਂ ਦਾ ਬੜਾ ਚਿੱਟਾ ਸਫੇਦ ਰੰਗ ਸੀ। ਧਿਆਨ ਸਿੱਧ ਭਾਸਰ ਬੰਗਾ। ਭਗਵਾਨ ਸ਼ਿਵ ਜੀ ਨੇ ਐਸਾ ਵਿਸ਼ਨੂੰ ਦਾ ਧਿਆਨ ਧਰਿਆ ਹੈ ਔਰ ਜੋ ਆਪਣਾ ਕਾਲਾ ਨੀਲਾ ਰੰਗ ਸੀ ਐਸੀ ਭਗਤੀ ਕੀਤੀ ਉਸ ਨੂੰ ਚਿੱਟਾ ਕੀਤਾ ਹੈ ਜੀ। ਸਿਆਮ ਸੋ ਸਹਿਬ ਬਖਿਆਤੀ। ਤੇ ਭਗਵਾਨ ਸ਼ਿਵ ਜੀ ਤਮੋ ਗੁਣ ਕਰਕੇ ਗੁੱਸੇ ਦੇ ਕਾਰਨ ਕਰਕੇ ਕਾਲੇ ਸਨ। ਵਿਸ਼ਨ ਧਿਆਨ ਕਰ ਵੀ ਦਿਨ ਰਾਤੀ। ਔਰ ਵਿਸ਼ਨੂੰ ਨੇ ਵੀ ਇਸ ਪ੍ਰਕਾਰ ਭਗਵਾਨ ਸ਼ਿਵ ਜੀ ਦਾ ਹਰ ਪਹਿਰ ਖਿਆਲ ਰੱਖਿਆ ਹੈ। ਸਿਆਮ ਰੂਪ ਪਾ ਕਾਰਨ ਇਹੀ। ਜਿਵੇਂ ਭਗਵਾਨ ਸ਼ਿਵ ਜੀ ਨੇ ਪਰਮੇਸ਼ਰ ਵਿਸ਼ਨੂੰ ਨੂੰ ਆਰਾਧਿਆ ਹੈ ਔਰ ਆਪਣਾ ਰੰਗ ਚਿੱਟਾ ਕਰ ਲਿਆ ਹੈ, ਏਦਾਂ ਹੀ ਭਗਵਾਨ ਵਿਸ਼ਨੂੰ ਨੇ ਵੀ ਐਸਾ ਪਿਆਰ ਸ਼ਿਵ ਜੀ ਤੇ ਜਤਾਇਆ ਹੈ, ਇੰਨਾ ਪਿਆਰ ਕੀਤਾ ਹੈ ਔਰ ਆਪਣਾ ਰੰਗ ਭਗਵਾਨ ਸ਼ਿਵ ਜੀ ਵਾਂਗ ਕਾਲਾ ਨੀਲਾ ਕੀਤਾ ਹੈ ਜੀ। ਦੇਵ ਪ੍ਰੀਤ ਰੰਗ ਦੋਦੇ ਹੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹਨਾਂ ਦੋਹਾਂ ਜਿਹੜੇ ਰੰਗ ਨੇ ਨਾ ਦੋਹਾਂ ਭਗਵਾਨਾਂ ਦੇ ਇਹ ਉਲਟ ਫਿਰ ਗਏ ਸਨ। ਜਿਸ ਦਾ ਚਿੱਟਾ ਸੀ ਉਸ ਦਾ ਕਾਲਾ ਰੰਗ ਹੋਇਆ ਹੈ, ਜਿਸ ਦਾ ਕਾਲਾ ਰੰਗ ਸੀ ਭਗਵਾਨ ਸ਼ਿਵ ਜੀ ਦਾ ਸਫੇਦ ਹੋਇਆ ਹੈ। ਇਨ ਮਹਿ ਭੇਦ ਨ ਰੰਜਕ ਜਾਨੋ। ਭਾਈ ਮਰਦਾਨਾ ਜੀ ਇਹਨਾਂ ਵਿੱਚ ਰਤੀ ਪਰ ਵੀ ਭੇਦ ਨਾ ਜਾਣਿਓ। ਦੋਵੇਂ ਸਰੂਪ ਇੱਕ ਜੋਤ ਪਛਾਨੋ। ਇਹਦਾ ਸਰੂਪ ਦੋ ਸਨ, ਦੇਹੀਆਂ ਦੋ ਸਨ, ਪਰ ਜੋਤ ਇੱਕੋ ਸੀ। ਆਪਸ ਨਾਮ ਲਿਖਿਓ ਜਿਉ ਕਹੋ। ਇਸ ਪ੍ਰਕਾਰ ਹੁਣ ਸੁਣਨਾ ਕਰ ਜੋ ਤੇਰਾ ਦੂਜਾ ਸ਼ੰਕਾ ਹੈ ਕਿ ਪੱਥਰਾਂ ਦੇ ਨਾਮ ਆਪਣਾ ਕਿਉਂ ਲਿਖਿਆ। ਤੇਰੇ ਉਲਟਾ ਸੰਸਦ ਹੋ। ਜਿਹੜੇ ਤੇਰੇ ਮਨ ਦੇ ਸ਼ੰਕੇ ਅਸੀਂ ਦੂਰ ਕਰਦੇ ਹਾਂ। ਰੂਪ ਦੇਖ ਉਤਰੇ ਹੈ ਥੋਰੇ। ਇਸ ਪ੍ਰਕਾਰ ਜਿਹੜਾ ਰੂਪ ਹੈ ਨਾ ਅਵਤਾਰ ਹੈ ਉਸ ਦਾ ਰੂਪ ਵੇਖ ਕਰਕੇ ਥੋੜਿਆਂ ਦਾ ਉਧਾਰ ਹੋਇਆ ਹੈ। ਜਪ ਨਾਮ ਕੋ ਤਰੇ ਕਰੋਰੇ। ਤੇ ਨਾਮ ਨੂੰ ਜਪਣ ਦੇ ਨਾਲ ਕਰੋੜਾਂ ਹੀ ਲੋਕ ਤਰੇ ਨੇ। ਨਾਮੀ ਤੇ ਹੈ ਨਾਮ ਵਡਾਈ। ਜਿਹੜਾ ਸਮੇਂ ਦਾ ਅਵਤਾਰ ਹੈ ਸ਼੍ਰੀ ਰਾਮਚੰਦਰ ਉਹਦੇ ਸਰੂਪ ਦੇ ਨਾਲ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਰਾਮ ਉਹਦੀ ਵਡਿਆਈ ਜ਼ਿਆਦਾ ਹੈ। ਮਹਿਮਾ ਆਪੇ ਰਾਮ ਲਖਾਈ।
ਇਸ ਲਈ ਭਗਵਾਨ ਸ਼੍ਰੀ ਰਾਮਚੰਦਰ ਜੀਆਂ ਨੇ ਆਪਣੇ ਨਾਲੋਂ ਜ਼ਿਆਦਾ ਮਹਿਮਾ ਨਾਮ ਦੀ ਦੱਸਦੇ ਹੋਏ ਪੱਥਰਾਂ ਦੇ ਉੱਪਰ ਰਾਮ ਆਪਣਾ ਨਾਮ ਨਹੀਂ ਲਿਖਿਆ। ਉਹ ਪਰਮੇਸ਼ਰ ਦਾ ਨਾਮ ਪਰਮੇਸ਼ਰ ਨੂੰ ਸੰਬੋਧਨ ਹੁੰਦਿਆਂ ਰਾਮ ਲਿਖਿਆ ਸੀ। ਤੇ ਜਦੋਂ ਪਰਮੇਸ਼ਰ ਦਾ ਨਾਮ ਲਿਖਿਆ ਹੈ ਫਿਰ ਹੀ ਉਹ ਜਿਹੜੇ ਪੱਥਰ ਨੇ ਸਮੁੰਦਰ ਉੱਪਰ ਤੈਰੇ ਨੇ। ਸਮੁੰਦਰ ਤੋਂ ਪਾਰ ਹੋ ਕੇ ਲੰਕਾ ਵਿੱਚ ਪ੍ਰਵੇਸ਼ ਹੋਏ ਤੇ ਦੈਤਾਂ ਦਾ ਨਾਸ਼ ਕੀਤਾ ਹੈ। ਤੇ ਭਾਈ ਮਰਦਾਨੇ ਨੇ ਫਿਰ ਬੇਨਤੀ ਕੀਤੀ ਹੈ, ਮਹਾਰਾਜ ਜੋ ਰਘੂਆਂ ਦੀ ਕੁਲ ਦਾ ਰਾਜਾ ਹੈ ਨਾ ਸ਼੍ਰੀ ਰਾਮਚੰਦਰ, ਇਹਦੀ ਕਥਾ ਸੁਣਨ ਦੀ ਮੇਰੇ ਮਨ ਵਿੱਚ ਬੜੀ ਇੱਛਾ ਹੈ। ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਇਸ ਦਾ ਸਾਰਾ ਜੀਵਨ ਦੱਸੋ ਜੀ। ਮਹਾਰਾਜ ਕਿਉਂ ਪੁਲ ਬਣਾਇਆ, ਕਿਉਂ ਸਮੁੰਦਰ ਤੋਂ ਪਾਰ ਹੋ ਕੇ ਲੰਕਾ ਵਿੱਚ ਗਏ ਸੀ, ਕਿਉਂ ਜਾ ਕਰਕੇ ਲੰਕਾ ਵਿੱਚ ਇਹਨਾਂ ਨੇ ਦੈਤਾਂ ਨੂੰ ਮਾਰਿਆ ਸੀ, ਕੀ ਕਾਰਨ ਬਣਿਆ ਸੀ। ਮਹਾਰਾਜ ਇਹ ਸਾਰਾ ਪ੍ਰਸੰਗ ਮੈਨੂੰ ਇਹਨਾਂ ਦੇ ਜਨਮ ਤੋਂ ਲੈ ਕੇ ਸੱਚਖੰਡ ਬਿਆਨਾ ਕਰਨ ਤੱਕ ਸੁਣਾਵੋ ਜੀ। ਮਹਾਰਾਜ ਆਪ ਸਭ ਜਾਣੀ ਜਾਣੋ, ਆਪ ਜੀਆਂ ਤੋਂ ਕੁਝ ਵੀ ਲੁਕਿਆ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਬੇਨਤੀਆਂ ਸੁਣ ਕਰਕੇ ਬੋਲੇ ਨੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਪਹਿਲਿਆਂ ਸਮਿਆਂ ਦੇ ਵਿੱਚ ਇੱਕ ਦਸ਼ਰਥ ਜਿਹੜਾ ਰਾਜਾ ਸੀ, ਤੇ ਦਸ਼ਰਥ ਰਾਜੇ ਨੇ ਤਿੰਨਾਂ ਰਾਣੀਆਂ ਦੇ ਨਾਲ ਆਪਣਾ ਵਿਆਹ ਕਰਵਾਇਆ ਸੀ। ਜਿਹੜੀ ਸਭ ਤੋਂ ਪਹਿਲੀ ਰਾਣੀ ਉਸਦਾ ਨਾਮ ਕੁਸ਼ਲਿਆ ਸੀ, ਦੂਸਰੀ ਦਾ ਨਾਮ ਕੇਈ ਸੀ, ਤੇ ਜਿਹੜੀ ਤੀਸਰੀ ਸੀ ਉਸਦਾ ਨਾਮ ਸੁਮਿਤਰਾ ਸੀ। ਇਹਨਾਂ ਤਿੰਨਾਂ ਰਾਣੀਆਂ ਦੀ ਕੁੱਖਾਂ ਦੇ ਵਿੱਚੋਂ 4 ਪੁੱਤਰਾਂ ਨੇ ਜਨਮ ਲਿਆ ਸੀ ਜੀ। ਜਿਹੜੀ ਸਭ ਤੋਂ ਪਹਿਲੀ ਰਾਣੀ ਕੁਸ਼ਲਿਆ ਸੀ, ਉਹਦੀ ਕੁੱਖੋਂ ਜੇਠੇ ਪੁੱਤਰ ਸ਼੍ਰੀ ਰਾਮਚੰਦਰ ਜੀਆਂ ਦਾ ਪ੍ਰਕਾਸ਼ ਹੋਇਆ ਸੀ। ਔਰ ਜਿਹੜੀ ਦੂਸਰੀ ਰਾਣੀ ਸੀ ਜਿਸ ਦਾ ਨਾਮ ਕੇਈ ਆ, ਉਸਦੀ ਕੁੱਖੋਂ ਭਰਤ ਨਾਮ ਦਾ ਇਸ ਪ੍ਰਕਾਰ ਪੁੱਤਰ ਜਨਮਿਆ ਸੀ। ਤੇ ਜਿਹੜੇ ਸਕਰਘਨ ਔਰ ਲక్ష్మణ ਜੀ ਸਨ, ਇਹ ਤੀਸਰੀ ਰਾਣੀ ਦੇ ਕੁੱਖੋਂ ਜਨਮੇ ਸੀ। ਇਹ ਦੋਨੋਂ ਪੁੱਤਰ ਹੀ ਲక్ష్మణ ਔਰ ਸਕਰਘਨ ਇਹ ਇਸ ਪ੍ਰਕਾਰ ਜਿਹੜੀ ਸੁਮਿਤਰਾ ਦੇਵੀ ਸੀ ਉਸਨੇ ਜਨਮੇ ਸੀ। ਇਹਨਾਂ 4 ਪੁੱਤਰਾਂ ਦੀ ਜਿਹੜੀ ਸ਼ੋਭਾ ਸੀ, ਸੁੰਦਰ ਰੂਪ ਸੀ, ਬੜਾ ਹੀ ਅਲੱਗ ਸੀ। ਖੇਡਦਿਆਂ ਖੇਡਦਿਆਂ ਦਾ ਆਪਸ ਵਿੱਚ ਬਚਪਨ ਬਤੀਤ ਹੋਇਆ ਔਰ ਜਵਾਨੀ ਆਈ ਹੈ। ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਪਰਮੇਸ਼ਰ ਦਾ ਭਗਤ ਜਿਸ ਦਾ ਨਾਮ ਵਿਸ਼ਵਾਮਿੱਤਰ ਸੀ, ਉਹ ਹੋਇਆ ਹੈ, ਜਿਸਨੇ ਜਗ ਕਰਨ ਵਾਸਤੇ ਸਾਰੀ ਸਮੱਗਰੀ ਇਕੱਠੀ ਕੀਤੀ ਸੀ। ਪਰ ਦੈਂਤਾਂ ਨੇ ਆ ਕਰਕੇ ਜਗ ਸੰਪੂਰਨ ਨਹੀਂ ਕਰਨ ਦਿੱਤਾ, ਆ ਕਰਕੇ ਵਿਗੜ ਪਾਇਆ ਹੈ। ਇਸ ਪ੍ਰਕਾਰ ਜਿਹੜਾ ਜਗ ਪੂਰਾ ਨਹੀਂ ਕਰਨ ਦਿੱਤਾ, ਵਿਚਕਾਰੋਂ ਹਟਾਇਆ ਸੀ। ਇਸ ਪ੍ਰਕਾਰ ਬੈਠ ਕਰਕੇ ਉਸ ਮੁਨੀ ਨੇ ਜਦੋਂ ਧਿਆਨ ਧਾਰਿਆ ਹੈ, ਤੇ ਸੰਸਾਰ ਦੇ ਵਿੱਚ ਜੋ ਵਰਤਾਰਾ ਵਰਤ ਰਿਹਾ ਹੈ ਔਰ ਜੋ ਅੱਗੇ ਵਰਤੇਗਾ ਉਸਨੇ ਸਾਰਾ ਵੇਖਿਆ ਹੈ। ਇਸ ਪ੍ਰਕਾਰ ਜਦੋਂ ਪਤਾ ਲੱਗਿਆ ਹੈ ਕਿ ਇਹ ਰਾਵਣ ਦੇ ਦੈਂਤ ਨੇ ਜਿਨ੍ਹਾਂ ਨੇ ਆ ਕੇ ਜਗ ਭੰਗ ਕੀਤਾ ਹੈ, ਤੇ ਫਿਰ ਵਿਸ਼ਵਾਮਿੱਤਰ ਜੋ ਮੁਨੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਇਸ ਪ੍ਰਕਾਰ ਅੱਗੇ ਗਏ ਨੇ।
ਇਸ ਪ੍ਰਕਾਰ ਬੜੀਆਂ ਵਡਿਆਈਆਂ ਸਤਿਗੁਰਾਂ ਦੀ ਬਾਬਤ ਅਲਾਈਆਂ ਨੇ ਔਰ ਬੇਨਤੀ ਕੀਤੀ ਹੈ। ਸ੍ਰੀ ਕਰਤਾਰ ਸਰਬ ਜਪਤੀ ਨੀ। ਇਸ ਪ੍ਰਕਾਰ ਸਾਰੀ ਬੇਨਤੀ ਜਦੋਂ ਜਾ ਕਰਕੇ ਪਰਮੇਸ਼ਰ ਅੱਗੇ ਕੀਤੀ ਹੈ ਔਰ ਪਰਮੇਸ਼ਰ ਨੇ ਪ੍ਰਵਾਨ ਕੀਤੀ ਹੈ। ਤਾਬ ਸ੍ਰੀ ਵਿਸ਼ਨੂੰ ਧਰਿਓ ਅਵਤਾਰਾ। ਫਿਰ ਭਗਵਾਨ ਵਿਸ਼ਨੂੰ ਦਾ ਅਵਤਾਰ ਹੋਇਆ ਹੈ ਪਰਮੇਸ਼ਰ ਵੱਲੋਂ। ਜਿਸ ਭਗਵਾਨ ਵਿਸ਼ਨੂੰ ਨੇ ਆ ਕਰਕੇ ਸਾਰੇ ਦੈਂਤਾਂ ਨੂੰ ਮਾਰ ਮਕਾਇਆ ਹੈ। ਇਸ ਪ੍ਰਕਾਰ ਜਦੋਂ ਫਿਰ ਵਿਸ਼ਵਾਮਿੱਤਰ ਨੇ ਧਿਆਨ ਧਾਰਿਆ ਹੈ। ਫਿਰ ਅਯੁੱਧਿਆ ਦੇ ਵਿੱਚੋਂ ਇੱਕ ਸੰਕੇਤ ਮਿਲਿਆ ਹੈ ਔਰ ਵਿਸ਼ਵਾਮਿੱਤਰ ਅਯੁੱਧਿਆ ਇਲਾਕੇ ਆਇਆ ਹੈ ਜੀ। ਤੇ ਉਸ ਪ੍ਰਕਾਰ ਜੋ ਸ਼੍ਰੀ ਰਾਮਚੰਦਰ ਜੀਆਂ ਦਾ ਪਿਤਾ ਜਸਰਥ ਹੈ ਉਹ ਤਖਤ ਤੇ ਬੈਠਾ ਸੀ। ਆ ਕਰਕੇ ਵਿਸ਼ਵਾਮਿੱਤਰ ਨੇ ਨਮਸਕਾਰ ਕੀਤੀ, ਸਤਿਕਾਰ ਕੀਤਾ ਹੈ। ਇਸ ਪ੍ਰਕਾਰ ਬੇਨਤੀ ਕੀਤੀ ਜੀ ਜੋ ਤੁਹਾਡਾ ਜੇਠਾ ਪੁੱਤਰ ਸ਼੍ਰੀ ਰਾਮਚੰਦਰ ਹੈ ਉਹ ਮੈਨੂੰ ਦੇ ਦੇਵੋ। ਇਸ ਪ੍ਰਕਾਰ ਰਾਜੇ ਕੋਲੋਂ ਉਸ ਦਾ ਪੁੱਤਰ ਲੈ ਕਰਕੇ ਵਿਸ਼ਵਾਮਿੱਤਰ ਆਇਆ ਹੈ। ਬੜਾ ਖੁਸ਼ ਹੋਇਆ ਰਸਤੇ ਵਿੱਚ ਚੱਲਦਾ ਹੈ ਜੀ। ਇਸ ਪ੍ਰਕਾਰ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਇੱਕ ਤਾਰਕਾ ਨਾਮ ਦੀ ਜੋ ਰਾਖਸ਼ਣੀ ਹੈ ਜੋ ਜੱਗ ਭੰਡਾਰਿਆਂ ਦੇ ਵਿੱਚ ਬੜਾ ਵਿਘਨ ਪਾਉਂਦੀ ਸੀ, ਸ਼੍ਰੀ ਰਾਮਚੰਦਰ ਜੀਆਂ ਨੇ ਰਾਹ ਵਿੱਚ ਹੀ ਮਾਰ ਮਕਾਈ ਹੈ। ਔਰ ਰਾਵਣ ਵੱਲੋਂ ਘੱਲੇ ਹੋਏ 2 ਦੈਂਤ ਆਏ ਨੇ। ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਨੇ ਬਿਨਾਂ ਨੋਕ ਤੋਂ ਐਸਾ ਤੀਰ ਛੱਡਿਆ ਹੈ ਔਰ ਜਿਹੜਾ ਫਰ ਨਾਮ ਦਾ ਦੈਂਤ ਉਸ ਨੂੰ ਮਾਰਿਆ ਹੈ। ਤੇ ਜਾ ਕਰਕੇ ਉਹ ਲੰਕਾ ਦੇ ਦਰਵਾਜ਼ੇ ਵਿੱਚ ਮਰ ਕੇ ਡਿੱਗਿਆ ਸੀ। ਤੇ ਫਿਰ ਬਾਹੋ ਨਾਮ ਦਾ ਜਿਹੜਾ ਦੈਂਤ ਸੀ ਉਸ ਨੂੰ ਪਕੜਿਆ ਹੈ। ਇਸ ਪ੍ਰਕਾਰ ਉਸ ਨੂੰ ਵੀ ਮਾਰ ਮਕਾਇਆ ਹੈ। ਭਗਵਾਨ ਸ਼੍ਰੀ ਰਾਮਚੰਦਰ ਜੀਆਂ ਨੂੰ ਲਿਆਉਣ ਦਾ ਕਾਰਨ ਇਹੀ ਸੀ ਵਿਸ਼ਵਾਮਿੱਤਰ ਦਾ, ਕਿਉਂਕਿ ਸੰਗਤ ਜੀ ਉਸ ਨੇ ਜੱਗ ਕਰਨੇ ਹੁੰਦੇ ਸੀ ਤੇ ਜਿਹੜੇ ਦੈਂਤ ਸਨ ਉਹ ਵਿਘਨ ਪਾਉਂਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਹੁਣ ਪਰਮੇਸ਼ਰ ਅਵਤਾਰ ਸ਼੍ਰੀ ਰਾਮਚੰਦਰ ਨੇ ਉਹਨਾਂ ਨੂੰ ਆਪਣੀ ਕੁਟੀਆ ਵਿੱਚ ਆਪਣੇ ਆਸ਼ਰਮ ਵਿੱਚ ਲੈ ਕੇ ਆਇਆ ਸੀ, ਇਸ ਪ੍ਰਕਾਰ ਦੈਂਤਾਂ ਨੂੰ ਮਾਰਿਆ ਹੈ ਔਰ ਜਗ ਸੰਪੂਰਨ ਕੀਤਾ ਹੈ। ਇੰਨੇ ਸਮੇਂ ਨੂੰ ਜਨਕ ਰਾਜੇ ਦਾ ਦੂਤ ਇੱਕ ਸੁਨੇਹਾ ਲੈ ਕੇ ਆਇਆ ਹੈ ਕਿ ਜਨਕ ਰਾਜੇ ਨੇ ਆਪਣੀ ਪੁੱਤਰੀ ਦਾ ਸਵਯੰਵਰ ਰਚਿਆ ਹੈ। ਸਵਯੰਵਰ ਤੋਂ ਭਾਵ ਹੁੰਦਾ ਹੈ ਕਿ ਰਾਜੇ ਦੀ ਜੋ ਧੀ ਹੁੰਦੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਸ਼ਰਤਾਂ ਰੱਖਦੀ ਹੈ ਤੇ ਜੋ ਵੀ ਇਸ ਪ੍ਰਕਾਰ ਉਹ ਸ਼ਰਤਾਂ ਨੂੰ ਪੂਰਾ ਕਰਦਾ ਹੈ ਉਸ ਦੇ ਨਾਲ ਉਹ ਵਿਆਹ ਕਰਾਉਂਦੀ ਹੈ। ਏਦਾਂ ਜਨਕ ਰਾਜੇ ਦੀ ਪੁੱਤਰੀ ਨੇ ਇਹ ਸਵਯੰਵਰ ਰਚਿਆ ਹੈ। ਤੇ ਵਿਸ਼ਵਾਮਿੱਤਰ ਨੇ ਭਗਵਾਨ ਸ਼੍ਰੀ ਰਾਮਚੰਦਰ ਔਰ ਲక్ష్మణ ਨੂੰ ਲੈ ਕਰਕੇ ਉੱਥੇ ਗਏ ਨੇ। ਜਦੋਂ ਬਦੇਹ ਨਗਰ ਦੇ ਵਿੱਚ ਜਨਕਪੁਰੀ ਵਿੱਚ ਗਏ ਨੇ ਜੀ। ਇਹਨਾਂ ਦੇ ਜਾਣ ਤੋਂ ਪਹਿਲਾਂ ਉੱਥੇ ਹੋਰ ਵੀ ਬੜੇ ਰਾਜੇ ਮਹਾਰਾਜੇ ਆਪਣੇ ਪੁੱਤਰਾਂ ਨੂੰ ਲੈ ਕੇ ਆਏ ਸੀ। ਤੇ ਉੱਥੇ ਜਨਕ ਰਾਜੇ ਨੇ ਸ਼ਰਤ ਰੱਖੀ ਸੀ ਜੋ ਤੀਰਾਂ ਨੂੰ ਚਲਾਉਣ ਵਾਲਾ ਕਮਾਨ ਹੁੰਦਾ ਹੈ ਨਾ ਧਨੁਖ ਹੁੰਦਾ ਹੈ ਉਸ ਨੂੰ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਜੋ ਤੋੜ ਦੇਵੇਗਾ ਉਹ ਮੇਰੀ ਪੁੱਤਰੀ ਨੂੰ ਵਿਆਹ ਲਾਵੇਗਾ। ਐਸੀ ਜਦੋਂ ਸ਼ਰਤ ਰੱਖੀ ਹੈ ਸਾਰੇ ਬਾਰੀ ਰਾਜਿਆਂ ਦੇ ਪੁੱਤਰ ਉੱਠੇ, ਬੜੇ ਉਪਰਾਲੇ ਕੀਤੇ, ਯਤਨ ਕੀਤੇ, ਪਰ ਕਿਸੇ ਦੀਆਂ ਬਾਹਾਂ ਵਿੱਚ ਐਸਾ ਬਲ ਨਹੀਂ ਸੀ ਕਿ ਜੋ ਉਸ ਧਨੁਖ ਨੂੰ ਤੋੜ ਸਕੇ। ਸ਼੍ਰੀ ਰਾਮਚੰਦਰ ਜੀ ਵੇਖਦੇ ਰਹੇ, ਫਿਰ ਵਿਸ਼ਵਾਮਿੱਤਰ ਤੋਂ ਆਗਿਆ ਲੈ ਕਰਕੇ ਉੱਠੇ ਨੇ। ਐਸਾ ਬਾਹਾਂ ਦਾ ਬਲ ਲਾਇਆ, ਜ਼ੋਰ ਲਾਇਆ ਹੈ
ਉਸ ਧਨੁਖ ਨੂੰ ਦੋ ਫਾੜ ਕੀਤਾ ਹੈ ਜੀ। ਜਨ ਸੁਤਾ ਸੀਤਾ ਜਹ ਨਾਮੋ। ਤੇ ਇਸ ਪ੍ਰਕਾਰ ਜਿਹੜੀ ਜਨਕ ਰਾਜੇ ਦੀ ਪੁੱਤਰੀ ਉਸ ਦਾ ਨਾਮ ਸੀਤਾ ਦੇਵੀ ਹੈ। ਵੇਖ ਕਰਕੇ ਐਸੇ ਬੜੀ ਜੋਰ ਵਾਲੇ ਪੁਰਸ਼ ਨੂੰ ਉੱਠੀ ਹੈ। ਉੱਠ ਕਰਕੇ ਜਿਹੜੀ ਫੁੱਲਾਂ ਦੀ ਮਾਲਾ ਹੈ ਸ਼੍ਰੀ ਰਾਮ ਜੀਆਂ ਨੂੰ ਪਹਿਨਾਈ ਹੈ। ਤੇ ਫਿਰ ਬਿਸਮਾ ਮਿੱਤਰ ਨੇ ਸੁਨੇਹਾ ਭੇਜਿਆ ਹੈ ਜਸਰਥ ਰਾਜੇ ਨੂੰ ਅਯੁੱਧਿਆ ਵਿੱਚ ਤੇ ਤੁਹਾਡੇ ਪੁੱਤਰ ਨੇ ਇਸ ਪ੍ਰਕਾਰ ਦੇ ਸਵੰਬਰ ਜਿੱਤ ਲਿਆ ਹੈ। ਹੁਣ ਤੁਸੀਂ ਜੰਜ ਲੈ ਕੇ ਆਓ। ਫਿਰ ਜੋ ਸ਼੍ਰੀ ਰਾਮਚੰਦਰ ਜੀਆਂ ਦੇ ਪਿਤਾ ਸਨ ਜਸਰਥ ਰਾਜਾ, ਉਹ ਬੜੀ ਸਾਜੋ ਸਮਾਨ ਦੇ ਨਾਲ ਬੜੀ ਜੰਜ ਨੂੰ ਲੈ ਕਰਕੇ ਇਸ ਪ੍ਰਕਾਰ ਜਨਕਪੁਰੀ ਵਿੱਚ ਆਏ ਸੀ। ਤੇ ਜਿਹੜੇ ਜਸਰਥ ਰਾਜੇ ਦੇ 4 ਪੁੱਤਰ ਸਨ ਨਾ ਸ਼੍ਰੀ ਰਾਮਚੰਦਰ ਜੀਆਂ ਦੇ ਭਰਾ ਸਨ, ਜੋ ਉਹਨਾਂ ਨੂੰ ਵਿਆਹਣਾ ਕੀਤਾ ਹੈ। ਇਸ ਪ੍ਰਕਾਰ ਬੜਾ ਉਤਸ਼ਾਹ ਹੋਇਆ ਹੈ ਅਯੁੱਧਿਆ ਵਿੱਚ ਵੀ। ਇਸ ਪ੍ਰਕਾਰ ਫਿਰ ਅਯੁੱਧਿਆ ਨਗਰ ਦੇ ਵਿੱਚ ਜਦੋਂ ਆਏ ਜੀ, ਜਦੋਂ ਕੁਝ ਕੁ ਦਿਨ ਸ਼੍ਰੀ ਰਾਮਚੰਦਰ ਜੀਆਂ ਨੂੰ ਉੱਥੇ ਰਹਿੰਦਿਆਂ ਨੂੰ ਬਤੀਤ ਹੋਏ ਨੇ। ਤੇ ਸ਼੍ਰੀ ਰਾਮਚੰਦਰ ਜੀਆਂ ਦੇ ਜੋ ਭਰਾਤਾ ਸਨ ਭਰਤ, ਉਹਨਾਂ ਦੇ ਜੋ ਨਾਨਕੇ ਕਸ਼ਮੀਰ ਵਿੱਚ ਸਨ ਸੰਗਤ ਜੀ, ਉਹ ਕੁਝ ਦਿਨ ਆਪਣੇ ਨਾਨਕੇ ਕਸ਼ਮੀਰ ਰਹਿਣ ਚਲੇ ਗਏ। ਤੇ ਸ਼੍ਰੀ ਰਾਮਚੰਦਰ ਜੀ ਅਯੁੱਧਿਆ ਵਿੱਚ ਹੀ ਬਿਰਾਜੇ ਰਹੇ ਸੀ। ਜਦੋਂ ਜਸਰਥ ਰਾਜੇ ਨੇ ਆਪਣੇ ਤੇ ਆਉਂਦਾ ਬੁਢਾਪਾ ਵੇਖਿਆ ਹੈ, ਇਸ ਪ੍ਰਕਾਰ ਮਨ ਵਿੱਚ ਖਿਆਲ ਆਇਆ ਹੈ ਕਿ ਮਰਨ ਤੋਂ ਪਹਿਲਾਂ ਆਪਣੇ ਕਿਸੇ ਪੁੱਤਰ ਨੂੰ ਰਾਜ ਦੇ ਜਾਵਾਂ। ਇਸ ਪ੍ਰਕਾਰ ਤਿਲਕ ਰਾਜ ਦਾ ਜਦੋਂ ਸ਼ੁਭ ਸਮਾਂ ਵਿਚਾਰਿਆ ਹੈ, ਸਾਰੀ ਸਮੱਗਰੀ ਮੰਗਾ ਕਰਕੇ ਤਖਤ ਤੇ ਬਿਠਾਉਣ ਦੀ ਤਿਆਰੀ ਕੀਤੀ ਹੈ। ਜਦੋਂ ਇਸ ਪ੍ਰਕਾਰ ਜਸਰਥ ਰਾਜੇ ਦੀ ਪਤਨੀ ਜਿਹੜੀ ਦੂਸਰੀ ਰਾਣੀ ਕਕਈ ਸੀ ਨਾ, ਉਹਨੇ ਜਦੋਂ ਸੁਣਿਆ ਹੈ ਕਿ ਮੇਰਾ ਜੋ ਪਤੀ ਰਾਜਾ ਸ਼੍ਰੀ ਰਾਮਚੰਦਰ ਜੀਆਂ ਨੂੰ ਰਾਜ ਭਾਗ ਦੇਣ ਲੱਗਾ ਹੈ, ਇਸ ਪ੍ਰਕਾਰ ਉਹਦੇ ਮਨ ਵਿੱਚ ਬੜੀ ਈਰਖਾ ਆਈ ਹੈ। ਤੇ ਮਨ ਦੇ ਵਿੱਚ ਖਿਆਲ ਆਇਆ, ਲਾਲਚ ਆਇਆ ਹੈ ਕਿ ਕਿਤੇ ਮੇਰਾ ਪੁੱਤਰ ਰਾਜਾ ਬਣ ਜਾਵੇ। ਜਦੋਂ ਇਸ ਪ੍ਰਕਾਰ ਸ਼ਿਕਾਰ ਖੇਡਣ ਤੋਂ ਬਾਅਦ ਰਾਜਾ ਜਸਰਥ ਆਪਣੇ ਘਰ ਆਇਆ ਹੈ ਤੇ ਰੁੱਸ ਕੇ ਬਹਿ ਗਈ, ਜਿਵੇਂ ਬੀਬੀਆਂ ਦੀ ਮਨੋਵਿਰਤੀ ਹੁੰਦੀ ਹੈ। ਪਤੀ ਤੋਂ ਕੋਈ ਗੱਲ ਮਨਾਉਣੀ ਹੋਵੇ ਤੇ ਰੁੱਸ ਜਾਂਦੀਆਂ। ਇਸ ਪ੍ਰਕਾਰ ਹੀ ਰੋਸੇ ਨੂੰ ਧਾਰਨ ਕਰਕੇ ਚੁੱਪ ਧਾਰਨ ਕਰਕੇ ਬੈਠੀ ਹੈ। ਤੇ ਰਾਜਾ ਵੇਖ ਕਰਕੇ ਬੜਾ ਹੈਰਾਨ ਹੋਇਆ ਹੈ। ਕਹਿਣ ਲੱਗਾ ਹੈ, ਚੰਦਰਮੇ ਵਰਗੀ ਸੁੰਦਰ ਮੁਖ ਵਾਲੀ ਤੂੰ ਸਾਹਾਂ ਤੋਂ ਪਿਆਰੀ ਹੈ। ਕਿਸ ਗੱਲ ਦਾ ਤੂੰ ਗੁੱਸਾ ਕੀਤਾ ਹੈ? ਦੱਸ ਕੀ ਚਾਹੀਦਾ, ਉਹੀ ਇੱਛਾ ਪੂਰਨ ਕਰਾਂਗਾ। ਇਸ ਪ੍ਰਕਾਰ ਤੂੰ ਕਿਹੜੀਆਂ ਗੱਲਾਂ ਦਾ ਗੁੱਸਾ ਧਾਰਨ ਕੀਤਾ ਹੈ? ਕਿਸਨੇ ਕੀ ਕਿਹਾ ਹੈ? ਤੇ ਸੁਣ ਕਰਕੇ ਜੋ ਮਨ ਦੇ ਅੰਦਰ ਲਾਲਚ ਸੀ ਨਾ, ਉਹ ਪ੍ਰਗਟ ਕੀਤਾ ਹੈ। ਕਹਿਣ ਲੱਗੀ ਜੀ, ਤੁਸੀਂ ਮੈਨੂੰ 2 ਬਚਨ ਕਹੇ ਸਨ ਕਿ ਮੈਂ ਤੁਹਾਡੇ 2 ਬਚਨ ਪੂਰੇ ਕਰਾਂਗਾ, ਹੁਣ ਉਹਨਾਂ ਦੀ ਪਾਲਣਾ ਕਰੋ। ਜੋ ਤੁਸੀਂ ਮੈਨੂੰ 2 ਵਾਰ ਦੇਣ ਦੀ ਗੱਲ ਕੀਤੀ ਸੀ, ਹੁਣ ਸਮਾਂ ਆਇਆ ਹੈ। ਇਸ ਪ੍ਰਕਾਰ ਜੇਕਰ ਤੁਸੀਂ ਮੇਰੇ ਉਹ ਬਚਨ ਨਾ ਪੂਰੇ ਕੀਤੇ ਤੇ ਮੈਂ ਆਪਣੀ ਜੀਵਨ ਲੀਲਾ ਹੁਣੇ ਖਤਮ ਕਰ ਲਵਾਂਗੀ। ਬਸ ਏਦਾਂ ਜਾਣ ਲਵੀ ਕਿ ਹੁਣ ਮਰ ਜਾਵਾਂਗੀ।
ਤੇ ਰਾਜਾ ਕਹਿਣ ਲੱਗਾ ਰਾਣੀ ਇਹ ਕਿਹੜੀ ਗੱਲ ਹੈ, ਮੰਗ ਜੋ ਮੰਗਦੀ ਏ। ਬੋਲੀ ਰਾਜ ਤਾਪ ਮਹਿ ਦੀਜੈ। ਕਹਿਣ ਲੱਗੀ ਰਾਜਾ ਜੀ ਜੇਕਰ ਮੇਰੇ ਵਚਨ ਪੂਰੇ ਕਰਨੇ ਨੇ ਤੇ ਪਹਿਲਾ ਮੇਰਾ ਵਚਨ ਇਹ ਹੈ ਕਿ ਤੁਸੀਂ ਸ਼੍ਰੀ ਰਾਮਚੰਦਰ ਜੋ ਕਸ਼ਲਿਆ ਦੇ ਪੇਟੋਂ ਜੰਮਿਆ ਹੈ ਉਹਨੂੰ ਰਾਜ ਨਾ ਦੇਵੋ। ਜੋ ਮੇਰੇ ਪੇਟੋਂ ਜੰਮਿਆ ਹੈ ਭਰਤ ਪੁੱਤਰ ਉਸ ਨੂੰ ਰਾਜ ਭਾਗ ਦੇਵੋ ਜੀ। ਭੂਪਤ ਆਪਣਾ ਵਚਨ ਨ ਹਾਰਿਓ। ਰਾਜਾ ਸੀ ਵਚਨਾਂ ਦਾ ਬੜਾ ਪੱਕਾ ਸੀ, ਵਚਨ ਕਮਾਇਆ ਹਾਰਿਆ ਨਹੀਂ। ਗਇਓ ਰਾਜ ਤਹਿ ਬਹੁਤ ਅਧਿਕਾਰਿਓ। ਇਸ ਪ੍ਰਕਾਰ ਕਈ ਦੇ ਪੁੱਤਰ ਭਰਤ ਨੂੰ ਰਾਜ ਤਾਂ ਦੇ ਦਿੱਤਾ ਪਰ ਉਸ ਨੂੰ ਤਰਕਾਰਾਂ ਬਹੁਤ ਲਾਹਣਤਾਂ ਬਹੁਤ ਪਾਈਆਂ ਨੇ। ਦੂਸਰਾ ਬਾਰ ਰਖਬਾਰ ਬਸਨਾ ਬਸ ਬਨਵਾਸਾ। ਇਸ ਪ੍ਰਕਾਰ ਦੂਸਰਾ ਵਚਨ ਫਿਰ ਉਸ ਰਾਣੀ ਨੇ ਕੀਤਾ ਹੈ ਕਿ ਜੋ ਮੇਰਾ ਦੂਸਰਾ ਵਚਨ ਹੈ ਜੋ ਕਸ਼ਲਿਆ ਦੇ ਪੇਟੋਂ ਜੰਮਿਆ ਰਾਮ ਹੈ ਨਾ ਇਹਨੂੰ ਬਨਵਾਸ ਦੇ ਦਿਓ, ਭਾਵ ਜੰਗਲਾਂ ਵਿੱਚ ਭੇਜ ਦੇਵੋ, ਇਹਨਾਂ ਮਹਿਲਾਂ ਤੋਂ ਨਿਕਾਲਾ ਦੇਵੋ ਜੀ। ਤੇ ਜਿਹੜਾ ਰਾਜਾ ਜਸਰਥ ਹੈ ਆਪਣੇ ਜੇਠੇ ਪੁੱਤਰ ਸ਼੍ਰੀ ਰਾਮਚੰਦਰ ਨੂੰ ਬੜਾ ਪ੍ਰੇਮ ਕਰਦਾ। ਜਦੋਂ ਐਸੀ ਗੱਲ ਹੋਈ ਕਿ ਪੁੱਤਰ ਨੂੰ ਮਹਿਲਾਂ ਤੋਂ ਕੱਢ ਦੇਵੋ ਤੇ ਰਾਜੇ ਨੇ ਆਪਣੇ ਜੀਣ ਦੀ ਆਸ ਛੱਡ ਦਿੱਤੀ ਹੈ। ਇਸ ਪ੍ਰਕਾਰ ਪਰ ਸ਼੍ਰੀ ਰਾਮਚੰਦਰ ਜੀ ਆਪਣੇ ਪੁੱਤਰ ਆਪਣੇ ਪਿਤਾ ਦਾ ਹੁਕਮ ਮੰਨਦੇ ਹੋਏ ਉਹਨਾਂ ਦੀ ਆਗਿਆ ਮੰਨਦੇ ਹੋਏ ਜੰਗਲਾਂ ਵੱਲ ਚੱਲੇ ਨੇ। ਇਸ ਪ੍ਰਕਾਰ ਆਪਣਾ ਛੋਟਾ ਭਰਾ ਸ਼੍ਰੀ ਲక్ష్మణ ਔਰ ਆਪਣੀ ਪਤਨੀ ਸੀਤਾ ਨੂੰ ਨਾਲ ਲੈ ਕੇ ਗਏ ਨੇ। ਜਦੋਂ ਨਗਰ ਦੇ ਲੋਕਾਂ ਨੇ ਸੁਣਿਆ ਹੈ ਕਿ ਜੇਠਾ ਪੁੱਤਰ ਸ਼੍ਰੀ ਰਾਮਚੰਦਰ ਜੋ ਸਭ ਤੋਂ ਸਿਆਣਾ ਹੈ ਉਹ ਨਗਰ ਨੂੰ ਛੱਡ ਕੇ ਚੱਲਿਆ ਹੈ, ਸਾਰੇ ਨਗਰ ਨੇ ਬਿਰਲਾਪ ਬੈਰਾਗ ਕੀਤਾ ਹੈ। ਕਿਉਂਕਿ ਸ਼੍ਰੀ ਰਾਮਚੰਦਰ ਜੀ ਸਾਰੇ ਨਗਰ ਨੂੰ ਬੜੇ ਪਿਆਰੇ ਸਨ, ਪਰਮੇਸ਼ਰ ਦੇ ਅਵਤਾਰ ਸਨ। ਇਹ ਵਿਛੋੜਾ ਝੱਲਣਾ ਹੋਇਆ। ਇਸ ਪ੍ਰਕਾਰ ਜਦੋਂ ਦਸ਼ਰਥ ਰਾਜਾ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਛੱਡ ਕੇ ਗਏ ਨਾ ਮਹਿਲਾਂ ਨੂੰ ਤੇ ਉੱਚੀ ਥਾਂ ਤੇ ਖੜਾ ਹੋਇਆ ਦਸ਼ਰਥ ਰਾਜਾ ਆਪਣੇ ਜਾਂਦੇ ਹੋਏ ਪੁੱਤਰ ਨੂੰ ਵੇਖਦਾ ਹੈ। ਜਿੰਨਾ ਸਮਾਂ ਨਜ਼ਰ ਆਉਂਦਾ ਰਿਹਾ ਖੜ ਕੇ ਵੇਖਦਾ ਰਿਹਾ, ਵੈਰਾਗ ਕਰਦਾ ਰਿਹਾ। ਜਦੋਂ ਸ਼੍ਰੀ ਰਾਮਚੰਦਰ ਜੀ ਜੰਗਲਾਂ ਦੇ ਦਰਖਤਾਂ ਦੇ ਓਹਲੇ ਹੋ ਗਏ ਫਿਰ ਵਿਛੋੜਾ ਸਹਾਰ ਨਾ ਸਕਿਆ ਸੰਗਤ ਜੀ ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਆਤਮ ਹੱਤਿਆ ਕਰ ਦਿੱਤੀ, ਆਪਣੇ ਆਪ ਨੂੰ ਮਾਰ ਮੁਕਾਇਆ। ਇਹੀ ਫਰਕ ਹੈ ਗੁਰੂ ਕਲਗੀਧਰ ਵਿੱਚ ਔਰ ਜਸਰਥ ਰਾਜੇ ਵਿੱਚ। ਦੇਖੋ ਗੁਰੂ ਕਲਗੀਧਰ ਦੇ ਵੀ 3 ਵਿਆਹ ਸਨ ਔਰ 4 ਪੁੱਤਰ ਸੀ। ਜਸਰਥ ਰਾਜੇ ਦੇ ਵੀ 3 ਵਿਆਹ ਸਨ ਔਰ 4 ਪੁੱਤਰ ਸਨ। ਜਿਹੜਾ ਜਸਰਥ ਰਾਜੇ ਦਾ ਪੁੱਤਰ ਹੈ ਸ਼੍ਰੀ ਰਾਮਚੰਦਰ ਕੁਝ ਕੁ ਸਾਲਾਂ ਲਈ ਬਨਵਾਸ ਕੱਟਣ ਗਿਆ ਸੀ, ਆਖਰ ਮੁੜ ਆਉਣਾ ਸੀ ਤੇ ਵਿਛੋੜਾ ਝੱਲਣਾ ਹੋਇਆ। ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ। ਔਰ ਦੂਸਰੇ ਪਾਸੇ ਕਲਗੀਧਰ ਪਾਤਸ਼ਾਹ ਨੇ ਪਤਾ ਸੀ ਕਿ ਚਮਕੌਰ ਦੀ ਗੜੀ ਤੋਂ ਪੁੱਤਰ ਬਾਹਰ ਕੱਢਿਆ ਤੇ ਮੁੜ ਕੇ ਨਹੀਂ ਆਉਣਾ। ਆਪਣੇ ਹੱਥੀਂ ਦਰਵਾਜ਼ੇ ਖੋਲ ਕੇ ਘੱਲੇ ਨੇ ਔਰ ਜਦੋਂ ਸ਼ਹੀਦ ਹੋਏ ਨੇ ਜਕਾਰੇ ਛੱਡਦੇ ਰਹੇ ਨੇ ਮਹਾਰਾਜ। ਇਹੀ ਸਮਰੱਥ ਗੁਰੂ ਦਾ ਫਰਕ ਹੈ ਸੰਗਤ ਜੀ। ਇਸ ਪ੍ਰਕਾਰ ਜਿਹੜਾ ਰਾਜਾ ਜਸਰਥ ਹੈ ਉਸ ਨੇ ਆਪਣੀ ਜਿਹੜੀ ਜੀਵਨ ਲੀਲਾ ਖਤਮ ਕੀਤੀ ਹੈ। ਜਿਹੜਾ ਪ੍ਰੀਤਮ ਪਿਆਰਾ ਸ਼੍ਰੀ ਰਾਮਚੰਦਰ ਜੀ ਹੈ ਨਾ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਜਦੋਂ ਰਿਸ਼ੀ ਵਸਿਸ਼ਠ ਨੇ ਇਹ ਸਾਰਾ ਹਾਲ ਨਗਰੀ ਦਾ ਵੇਖਿਆ ਹੈ ਤੇ ਭਗਤ ਜੋ ਆਪਣੇ ਨਾਨਕੇ ਗਿਆ ਹੋਇਆ ਸੀ ਜਿਸ ਨੂੰ ਰਾਜ ਭਾਗ ਮਿਲਿਆ ਸੀ ਉਸ ਨੂੰ ਉਥੋਂ ਬੁਲਾਇਆ ਹੈ। ਜਦੋਂ ਆ ਕਰਕੇ ਘਰ ਦੇ ਵਿੱਚ ਐਸਾ ਵਰਤਾਰਾ ਹੋਇਆ ਵੇਖਿਆ ਹੈ ਕਿ ਮੇਰਾ ਜਿਹੜਾ ਭਰਾ ਹੈ ਉਹ ਜੰਗਲਾਂ ਨੂੰ ਚਲਿਆ ਗਿਆ ਹੈ, ਨਾਲ ਮੇਰੀ ਭਰਜਾਈ ਸੀਤਾ ਔਰ ਮੇਰਾ ਛੋਟਾ ਭਰਾ ਜੋ ਲక్ష్మణ ਉਹ ਵੀ ਗਿਆ ਹੈ ਤੇ ਜਿਹੜਾ ਮੇਰਾ ਪਿਤਾ ਹੈ ਉਹ ਚੜ੍ਹਾਈ ਕਰ ਗਿਆ। ਜਦੋਂ ਸਾਰਾ ਹਾਲ ਦੇਖਿਆ ਹੈ ਬੜਾ ਦੁਖੀ ਹੋਇਆ, ਬੜੀ ਪੀੜਾ ਹੋਈ ਹੈ ਹਿਰਦੇ ਵਿੱਚ। ਇਸ ਪ੍ਰਕਾਰ
ਇਹ ਸੁਣ ਕਰਕੇ ਆਪਣੀ ਮਾਂ ਕਕਾਈ ਨੂੰ ਬੜੀਆਂ ਤਰਕਾਰਾਂ ਲਾਹਣਤਾਂ ਪਾਈਆਂ ਨੇ। ਬੈਠਾ ਸੋ ਬਿਤਕੀ ਕਾਇਆ ਜਾਰੀ। ਇਸ ਪ੍ਰਕਾਰ ਹੈ ਮਾਂ, ਤੇਰੇ ਕਾਰਨ ਕਰਕੇ ਤੂੰ ਮੇਰੇ ਪਿਤਾ ਨੂੰ ਦੁਖੀ ਕੀਤਾ ਹੈ, ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਮਾਰ ਮਕਾਇਆ ਹੈ। ਇਸ ਪ੍ਰਕਾਰ ਰੋਂਦਾ ਰੋਂਦਾ ਭਗਤ ਵੀ ਆਪਣੇ ਮਹਿਲਾਂ ਨੂੰ ਛੱਡਿਆ ਹੈ। ਜਿਹੜੇ ਰਾਹ ਵੱਲ ਸ਼੍ਰੀ ਰਾਮਚੰਦਰ ਜੀ ਗਏ ਸਨ ਉਸੇ ਰਸਤੇ ਤੁਰਿਆ ਹੈ। ਜਦੋਂ ਜੰਗਲਾਂ ਵਿੱਚ ਬੈਠੇ ਸ਼੍ਰੀ ਰਾਮਚੰਦਰ ਨੂੰ ਵੇਖਿਆ ਹੈ, ਬੜਾ ਬੇਹਾਲ ਦੁਖੀ ਹੋਇਆ ਹੈ। ਬੜੇ ਪ੍ਰੇਮ ਦੇ ਵਿੱਚ, ਬੈਰਾਗ ਦੇ ਵਿੱਚ ਆ ਕਰਕੇ ਰੋਂਦੇ ਰੋਂਦੇ ਨੇ ਸ਼੍ਰੀ ਰਾਮਚੰਦਰ ਜੀਆਂ ਦੇ ਚਰਨ ਪਰਸੇ ਨੇ। ਕਹਿਣ ਲੱਗਾ ਜੀ, ਜੋ ਮੇਰੀ ਮਾਂ ਨੇ ਅਪਰਾਧ ਗੁਨਾਹ ਕੀਤੇ ਨੇ ਕਿਰਪਾ ਕਰਕੇ ਬਖਸ਼ ਲਵੋ। ਭਰਾਤਾ ਜੀ, ਆਪ ਜੀ ਨਗਰ ਵਿੱਚ ਆਉਣਾ ਕਰੋ, ਰਾਜ ਭਾਗ ਸਾਂਭਣਾ ਕਰੋ, ਤੁਸੀਂ ਮੇਰੇ ਤੋਂ ਵੱਡੇ ਹੋ। ਤੇ ਸ਼੍ਰੀ ਰਾਮਚੰਦਰ ਜੀਆਂ ਨੇ ਕੀਤਾ ਆਪਣੇ ਪਿਤਾ ਦੇ ਨਾਲ ਵਾਅਦਾ ਵਿਚਾਰਿਆ ਹੈ। ਭਗਤ ਨੂੰ ਬੜੀ ਧੀਰਜ ਔਰ ਹੌਸਲਾ ਦਿੱਤਾ, ਸਮਝਾਇਆ ਹੈ। ਆਪਣੀਆਂ ਖੜਾਵਾਂ ਨਿਸ਼ਾਨੀ ਦੇ ਕਰਕੇ ਭਗਤ ਨੂੰ ਹੌਸਲਾ ਦੇ ਕਰਕੇ ਨਗਰ ਵੱਲ ਮੋੜਿਆ ਹੈ। ਤੇ ਆਪ ਸ਼੍ਰੀ ਰਾਮਚੰਦਰ ਜੀ ਸੰਘਣੇ ਜੰਗਲਾਂ ਅੰਦਰ ਚਲੇ ਗਏ ਨੇ। ਜਦੋਂ ਕੁਝ ਕੁ ਦਿਨ ਜੰਗਲਾਂ ਵਿੱਚ ਵਿਚਰਦਿਆਂ ਨੂੰ ਬਤੀਤ ਹੋਏ ਨੇ, ਫਿਰ ਜਿਹੜਾ ਇਸ ਪ੍ਰਕਾਰ ਅਗਸਤ ਰਿਸ਼ੀ ਸੀ ਨਾ, ਉਹਦੇ ਆਸ਼ਰਮ ਵਿੱਚ ਪਹੁੰਚੇ ਨੇ। ਕੁਝ ਕੁ ਦਿਨ ਉਸ ਅਗਸਤ ਰਿਸ਼ੀ ਕੋਲ ਰਹਿ ਕਰਕੇ ਅੱਗੇ ਚੱਲੇ ਨੇ। ਇਸ ਪ੍ਰਕਾਰ ਜਦੋਂ ਜੰਗਲਾਂ ਦੇ ਵਿੱਚ ਗਏ ਨੇ ਨਾ, ਤੇ ਉੱਥੇ ਜੋ ਰਾਵਣ ਦੀ ਭੈਣ ਇਸ ਪ੍ਰਕਾਰ ਤੇ ਜਿਸ ਦਾ ਨਾਮ ਸੂਪਨਖਾ ਇਤਿਹਾਸ ਨੇ ਦੱਸਿਆ, ਉਹ ਬਗੀਚੇ ਦੇ ਵਿੱਚ ਫਲ ਔਰ ਫੁੱਲ ਤੋੜਦੀ ਸੀ। ਤੇ ਸ਼੍ਰੀ ਰਾਮਚੰਦਰ ਜੀਆਂ ਨੇ ਵੀ ਜਾ ਕਰਕੇ ਉੱਥੇ ਕੁਟੀਆਂ ਬਣਾਉਣੀ ਕੀਤੀ ਹੈ। ਤੇ ਲక్ష్మణ ਜੀਆਂ ਨੂੰ ਇਸ ਪ੍ਰਕਾਰ ਨਾਲ ਹੀ ਰੱਖਦੇ ਨੇ। ਜਦੋਂ ਰਾਵਣ ਦੀ ਭੈਣ ਸੂਪਨਖਾ ਇੱਕ ਦਿਨ ਇਹਨਾਂ ਦੀ ਕੁਟੀਆਂ ਵੱਲ ਚਲ ਆਈ ਹੈ, ਤੇ ਲక్ష్మణ ਦਾ ਰੂਪ ਵੇਖ ਕਰਕੇ ਬੜੀ ਲੁਭਾਇਮਾਨ ਹੋਈ ਹੈ ਜੀ। ਤੇ ਬੇਨਤੀ ਕਰਨ ਲੱਗੀ ਹੈ ਕਿ ਇਹ ਲక్ష్మణ ਜੀ, ਕਿਰਪਾ ਕਰਕੇ ਮੈਨੂੰ ਵਿਆਹਣਾ ਕਰੋ, ਨਹੀਂ ਤਾਂ ਤੁਸੀਂ ਤਿੰਨ ਜਾਣੇ ਆਏ ਹੋ, ਤਿੰਨਾਂ ਨੂੰ ਮਾਰ ਮਕਾਵਾਂਗੀ। ਇਹ ਸੁਣ ਕਰਕੇ ਜਿਹੜਾ ਲక్ష్మణ ਹੈ ਨਾ, ਇਹ 6 ਜਤੀਆਂ ਦੇ ਵਿੱਚ ਆਉਂਦਾ ਹੈ ਸੰਤ ਜੀ। ਜਿਹੜੇ ਸੰਸਾਰ ਦੇ ਸਭ ਤੋਂ ਜਤੀ ਸਤੀ ਹੋਏ ਨੇ ਨਾ, ਜਿਵੇਂ ਸ਼੍ਰੀ ਹਨੂਮਾਨ ਜੀ ਹੋਣੀ, ਲక్ష్మణ ਜੀ ਵਰਗੇ, ਇਸ ਪ੍ਰਕਾਰ ਗੋਰਖਨਾਥ ਵਰਗੇ, ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੇ ਲక్ష్మణ ਨੂੰ ਸੁਣ ਕਰਕੇ ਬੜਾ ਗੁੱਸਾ ਆਇਆ ਹੈ। ਛੇਤੀ ਦੇ ਨਾਲ ਆਪਣੇ ਕਮਰ ਕਸੇ ਤੋਂ ਹਥਿਆਰ ਕੱਢਿਆ ਹੈ, ਨੱਕ ਕੱਟ ਦਿੱਤਾ ਹੈ ਔਰ ਕੰਨ ਵੱਢ ਦਿੱਤਾ ਹੈ। ਤੇ ਰੋਂਦੀ ਰੋਂਦੀ ਰਾਵਣ ਦੀ ਭੈਣ ਜਦੋਂ ਰਾਵਣ ਦੇ ਪਾਸ ਪਹੁੰਚੀ ਹੈ, ਤੇ ਜਾ ਕਰਕੇ ਉਸ ਨੂੰ ਝੂਠ ਬੋਲਿਆ। ਇਹ ਕਹਿਣ ਲੱਗੀ, ਜੀ ਇੱਥੇ ਅਯੁੱਧਿਆ ਦੇ ਵਿੱਚੋਂ ਇਸ ਪ੍ਰਕਾਰ ਆਏ ਨੇ ਰਾਮ ਲక్ష్మణ, ਔਰ ਉਹਨਾਂ ਦੇ ਨਾਲ ਇੱਕ ਬੜੀ ਸੁੰਦਰ ਔਰਤ ਹੈ। ਸੀਤਾ ਦੇ ਬਾਰੇ ਦੱਸਦੀ ਹੋਈ ਕਹਿੰਦੀ ਆ, ਮੈਂ ਉਹ ਤੁਹਾਡੇ ਵਾਸਤੇ ਲਿਆਉਣ ਗਈ ਸੀ। ਤੇ ਉਹਨਾਂ ਨੇ ਗੁੱਸੇ ਵਿੱਚ ਮੇਰਾ ਨੱਕ ਔਰ ਕੰਨ ਕੱਟਿਆ ਹੈ। ਤੇ ਜਦੋਂ ਇਸ ਪ੍ਰਕਾਰ ਕ੍ਰੋਧ ਜਾਗਿਆ ਹੈ ਰਾਵਣ ਦੇ ਅੰਦਰ ਕਿ ਮੇਰੀ ਭੈਣ ਦੀ ਐਸੀ ਬੇਪਤੀ ਕੀਤੀ ਹੈ, ਉਸ ਦਾ ਨੱਕ ਕੱਟ ਦਿੱਤਾ ਹੈ, ਕੰਨ ਕੱਟ ਦਿੱਤਾ ਹੈ, ਉਥੋਂ ਹੀ ਸੰਗਤ ਜੀ ਇਹ ਧਾਰਨਾ ਚੱਲੀਆਂ ਨੇ,
ਜਿਵੇਂ ਆਪਾਂ ਕਹਿ ਦਿੰਦੇ ਆ ਨਾ, ਕੈਸਾ ਭੈੜਾ ਕਰਮ ਕੀਤਾ, ਤੂੰ ਤਾਂ ਸਾਰੇ ਪਰਿਵਾਰ ਦਾ ਨੱਕ ਕਟਾ ਦਿੱਤਾ। ਭਾਵ ਕੀ ਸੀ ਕਿ ਰਾਵਣ ਦੀ ਭੈਣ ਦਾ ਨੱਕ ਕੱਟਿਆ ਗਿਆ ਸੀ। ਉਥੋਂ ਹੀ ਇਹ ਐਗਜ਼ਾਮਪਲਾਂ ਔਰ ਜਿਹੜੇ ਪ੍ਰਮਾਣ ਇਹ ਸ਼ੁਰੂ ਹੋਏ ਨੇ। ਤੇ ਫਿਰ ਬਦਲਾ ਲੈਣ ਵਾਸਤੇ ਰਾਵਣ ਨੇ ਇੱਕ ਸੋਨੇ ਦਾ ਹਿਰਨ ਬਣਾਇਆ ਹੈ। ਤੇ ਜਦੋਂ ਇਸ ਪ੍ਰਕਾਰ ਇਹ ਵੀ ਪਤਾ ਲੱਗਿਆ ਹੈ ਕਿ ਇਸੇ ਹੀ ਰਾਮਚੰਦਰ ਨੇ ਮੇਰੇ ਵੱਲੋਂ ਭੇਜੇ 2 ਦੈਂਤ ਜਿਨ੍ਹਾਂ ਨੇ ਜੱਗ ਵਿੱਚ ਵਿਘਨ ਪਾਉਣੇ ਸਨ, ਇਹਨੇ ਮਾਰੇ ਸੀ। ਤੇ ਆਪਣੇ ਆਪ ਨੂੰ ਜੋਗੀ ਬਣਾ ਕਰਕੇ ਰਾਵਣ ਵੀ ਲੰਕਾ ਚੋਂ ਆਇਆ ਹੈ। ਇਸ ਪ੍ਰਕਾਰ ਜਦੋਂ ਹਿਰਨ ਸੋਨੇ ਦਾ ਸੀਤਾ ਨੂੰ ਦਿਖਾਈ ਦਿੱਤਾ ਹੈ, ਤੇ ਜਿਵੇਂ ਬੀਬੀਆਂ ਦੀ ਜਿੱਦ ਹੁੰਦੀ ਹੈ ਨਾ, ਕੋਈ ਚੰਗੀ ਚੀਜ਼ ਦਿਸ ਜਾਵੇ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ। ਭਾਵੇਂ ਕੋਈ ਸੂਟ ਹੋਵੇ, ਭਾਵੇਂ ਕੋਈ ਬੂਟ ਹੋਵੇ, ਏਦਾਂ ਹੀ ਸੀਤਾ ਵੀ ਔਰਤ ਹੈ, ਔਰਤ ਦੀ ਖਿਆਲਾਂ ਵਾਲੀ ਆ। ਸੋਨੇ ਦਾ ਹਿਰਨ ਵੇਖਿਆ, ਬੜਾ ਸੁੰਦਰ ਲੱਗਿਆ ਹੈ, ਔਰ ਪਤੀ ਨੂੰ ਬੇਨਤੀ ਕੀਤੀ ਕਿ ਹੇ ਰਾਮ ਜੀ, ਇਹ ਜਿਹੜਾ ਸੋਨੇ ਦਾ ਹਿਰਨ ਹੈ ਨਾ, ਇਸ ਨੂੰ ਲੈ ਕੇ ਆਵੋ। ਜਦੋਂ ਗਏ ਨੂੰ ਬੜਾ ਸਮਾਂ ਹੋ ਗਿਆ ਹੈ, ਸ਼੍ਰੀ ਰਾਮਚੰਦਰ ਜੀਆਂ ਨੂੰ ਉਹਨਾਂ ਨੂੰ ਵੇਖਣ ਵਾਸਤੇ ਲక్ష్మణ ਵੀ ਇਸ ਪ੍ਰਕਾਰ ਜੰਗਲਾਂ ਵਿੱਚ ਗਿਆ ਹੈ। ਤੇ ਰਾਮਚੰਦਰ ਜੀਆਂ ਨੇ ਇਸ ਪ੍ਰਕਾਰ ਜਦੋਂ ਉਹਦਾ ਜੰਗਲਾਂ ਵਿੱਚ ਗਏ ਨੇ, ਤੇ ਰਾਵਣ ਨੇ ਬੜਾ ਇਸ ਪ੍ਰਕਾਰ ਸੁੰਦਰ ਮੌਕਾ ਵੇਖ ਕੇ ਇਸ ਪ੍ਰਕਾਰ ਜਾ ਕਰਕੇ ਕੁਟੀਆਂ ਦੇ ਸਾਹਮਣੇ ਜਿੱਥੇ ਸੀਤਾ ਬੈਠੀ ਸੀ, ਚੌਲਾਂ ਦੀ ਮੰਗ ਕੀਤੀ ਹੈ। ਤੇ ਸੀਤਾ ਨੇ ਬੜਾ ਪਹੁੰਚਿਆ ਹੋਇਆ ਰਿਸ਼ੀ ਜਾਣਗੇ। ਜਦੋਂ ਕੁਟੀਆਂ ਤੋਂ ਬਾਹਰ ਆਏ ਹੈ ਜੀ, ਤੇ ਰਾਵਣ ਨੇ ਸੀਤਾ ਦਾ ਹੱਥ ਪਕੜਿਆ ਹੈ ਔਰ ਅਸਵਾਰੀ ਉੱਪਰ ਉਡਾਰ ਹੋਇਆ ਹੈ। ਜਦੋਂ ਕੁਝ ਸਮੇਂ ਬਾਅਦ, ਕੁਝ ਘੜੀਆਂ ਬਾਅਦ ਰਾਮਚੰਦਰ ਜੀ ਵਾਪਸ ਆਏ ਨੇ। ਇਸ ਪ੍ਰਕਾਰ ਵੇਖ ਕਰਕੇ ਸੋਚਦੇ ਨੇ ਕਿ ਸੀਤਾ ਕਿੱਥੇ ਹੈ। ਬੜਾ ਪ੍ਰਲਾਪ ਕਰਦਾ, ਦੁਖੀ ਹੋਇਆ ਜੰਗਲਾਂ ਵਿੱਚ ਵਿਚਰਦਾ ਹੈ। ਉੱਚੀ ਸੀਤਾ ਸੀਤਾ ਕਹਿ ਕਰਕੇ ਆਵਾਜ਼ਾਂ ਮਾਰਦਾ ਔਰ ਰੋਂਦਾ ਹੈ। ਇੱਥੇ ਫੇਰ ਕਲਗੀਧਰ ਵਿੱਚ ਫਰਕ ਨਜ਼ਰ ਆਉਂਦਾ ਹੈ। ਪਰਿਵਾਰ ਵਿਛੋੜਾ ਪਿਆ ਹੈ, ਕੋਈ ਮਹਿਲ ਕਿੱਧਰ ਨੂੰ ਚਲੇ ਗਏ ਨੇ, ਮਾਤਾ ਕਿੱਥੇ ਹੈ, ਬੱਚੇ ਕਿੱਥੇ ਹੈ। ਪਰ ਕਲਗੀਧਰ ਤਿਆਰ ਬਰ ਤਿਆਰ ਮਹਾਰਾਜ ਚਮਕੌਰ ਦੀ ਗੜੀ ਅੰਦਰ ਜੰਗ ਲੜ ਰਹੇ ਨੇ। ਰਤੇ ਪਰ ਪਰਿਵਾਰ ਦਾ ਫਿਕਰ ਨਹੀਂ। ਪਰ ਜੋ ਭਗਵਾਨ ਸ਼੍ਰੀ ਰਾਮਚੰਦਰ ਜੀ ਹੋਏ ਨੇ, ਸੀਤਾ ਦਾ ਵਿਛੋੜਾ ਨਾ ਕਰਿਆ ਗਿਆ, ਜੰਗਲਾਂ ਵਿੱਚ ਰੋਂਦੇ ਨੇ ਔਰ ਸੀਤਾ ਸੀਤਾ ਪੁਕਾਰਦੇ ਨੇ। ਜਦੋਂ ਚਾਰੇ ਪਾਸੇ ਘੁੰਮ ਕੇ ਵੇਖਿਆ, ਕਿਤੇ ਨਜ਼ਰ ਨਹੀਂ ਆਈ। ਇਸ ਪ੍ਰਕਾਰ ਜਦੋਂ ਇਹ ਜਾਣਿਆ ਹੈ ਨਾ ਕਿ ਹੁਣ ਕਿਤੇ ਨਹੀਂ ਮਿਲਦੀ, ਤੇ ਬੜਾ ਵਿਆਕੁਲ ਦੁਖੀ ਹੋਇਆ ਹੈ। ਔਰ ਉਸੇ ਹੀ ਜੰਗਲਾਂ ਦੇ ਵਿੱਚ ਇੱਕ ਕਪਸ਼ ਰਿਸ਼ੀ ਔਰ ਹਨੂਮਾਨ ਜੀ ਰਹਿੰਦੇ ਸੀ। ਇਸ ਪ੍ਰਕਾਰ ਸਗਰੀਬ ਵੀ ਉਹਨਾਂ ਜੰਗਲਾਂ ਵਿੱਚ ਦੁਖੀ ਹੋਇਆ ਫਿਰਦਾ ਸੀ। ਕਿਉਂਕਿ ਜਿਹੜਾ ਸਗਰੀਬ ਦਾ ਭਰਾ ਸੀ ਨਾ, ਬਾਲੀ, ਉਹਨੇ ਵੀ ਸਗਰੀਬ ਦੀ ਜਿਹੜੀ ਪਤਨੀ ਹੈ ਔਰ ਰਾਜ ਭਾਗ ਅਪਣਾਇਆ ਸੀ। ਤੇ ਇਸੇ ਪ੍ਰਕਾਰ ਸ਼੍ਰੀ ਰਾਮਚੰਦਰ ਜੀ ਦੀ ਵੀ ਔਰਤ ਗੁੰਮ ਹੋਈ ਹੈ। ਦੋਨੋਂ ਦੁਖੀ ਸਨ, ਜੰਗਲਾਂ ਵਿੱਚ ਮੇਲ ਹੋਇਆ ਔਰ ਦੋਸਤੀ ਹੋਈ ਹੈ। ਇਸ ਪ੍ਰਕਾਰ ਫਿਰ ਜਿਹੜਾ ਸਗਰੀਬ ਸੀ, ਉਹਨੇ ਕਿਹਾ ਸੀ ਰਾਮਚੰਦਰ ਜੀ, ਪਹਿਲਾਂ ਮੇਰਾ ਬਦਲਾ ਲਵਾਂਗੇ। ਮੇਰੀ ਜੋ ਔਰਤ ਹੈ ਔਰ ਮੇਰਾ ਰਾਜ ਭਾਗ ਮੈਨੂੰ ਪ੍ਰਾਪਤ ਕਰਵਾ ਦੇਵੋ, ਫਿਰ ਮੈਂ ਤੁਹਾਡਾ ਸਾਥ ਦੇਵਾਂਗਾ। ਤੇ ਸ਼੍ਰੀ ਰਾਮਚੰਦਰ ਜੀਆਂ ਨੇ ਐਸੇ ਤੀਰ ਮਾਰੇ ਨੇ ਬਾਲੀ ਤੇ, ਉਸ ਦੀ ਔਰਤ ਔਰ ਰਾਜ ਭਾਗ ਛੁਡਾਇਆ ਹੈ ਔਰ ਫਿਰ ਇਸ ਪ੍ਰਕਾਰ ਲੰਕਾ ਦੀ ਤਿਆਰੀ ਕੀਤੀ ਹੈ।
ਇਸ ਪ੍ਰਕਾਰ ਜਿਹੜੀ ਪਰ ਬਾਂਦਰਾਂ ਦੀ ਸੈਨਾ ਸੀ ਸੰਗਤ ਜੀ ਉਹ ਜੰਗਲਾਂ ਵਿੱਚ ਲੱਭਦੀ ਹੈ। ਸੀਤਾ ਖੋਜਣ ਭੇਜਿਓ ਕੀਤਾ ਜਦੋਂ ਸਾਰਿਆਂ ਨੂੰ ਸੀਤਾ ਨੂੰ ਖੋਜਣ ਵਾਸਤੇ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਘੱਲਿਆ ਹੈ। ਹਨੂਮਾਨ ਲੰਕਾ ਕੇ ਮਾਹੀ ਤੇ ਜਿਹੜਾ ਹਨੂਮਾਨ ਸੀ ਉਹ ਲੰਕਾ ਵਿੱਚ ਲੱਭਦਾ ਫਿਰਦਾ ਹੈ। ਜਾਇ ਲੋਕੀ ਵੈਸੀ ਤਾਹੀ ਜਦੋਂ ਬਿੰਦਰਾ ਬਣ ਜੰਗਲਾਂ ਦੇ ਵਿੱਚ ਸੀਤਾ ਬਾਗ ਬਗੀਚਿਆਂ ਵਿੱਚ ਬੈਠੀ ਵੇਖੀ ਹੈ। ਲੰਕਾ ਸੂਕ ਦੈਤ ਭਕਾਈ ਤੇ ਗੁੱਸੇ ਦੇ ਵਿੱਚ ਜਾਣਿਆ ਹੈ ਕਿਉਂਕਿ ਜਿਹੜਾ ਹਨੂਮਾਨ ਸੀ ਨਾ ਇਹ ਸ਼੍ਰੀ ਰਾਮਚੰਦਰ ਜੀਆਂ ਨੂੰ ਪਿਤਾ ਸਮਾਨ ਔਰ ਸੀਤਾ ਨੂੰ ਆਪਣੀ ਮਾਂ ਸਮਾਨ ਜਾਣਦਾ ਸੀ। ਜਦੋਂ ਐਸੀ ਰਾਵਣ ਦੀ ਕਰਤੂਤ ਵੇਖੀ ਹੈ ਗੁੱਸੇ ਵਿੱਚ ਆ ਕਰਕੇ ਸਾਰੀ ਲੰਕਾ ਫੂਕੀ ਹੈ। ਸਭ ਸੀਤਾ ਕੀ ਆਨ ਸੁਨਾਈ ਤੇ ਸਾਰਿਆਂ ਦੈਂਤਾਂ ਨੂੰ ਮਾਰ ਮਕਾਇਆ ਹੈ ਔਰ ਖਬਰ ਸ਼੍ਰੀ ਰਾਮਚੰਦਰ ਜੀਆਂ ਨੂੰ ਦਿੱਤੀ ਹੈ। ਲੇਖਕ ਕਾਟਕ ਚੜੇ ਰਘੁਰਾਈ ਤੇ ਰਘੂਆਂ ਦੇ ਕੁਲ ਦੇ ਰਾਜੇ ਆਪਣੀ ਫੌਜ ਨੂੰ ਲੈ ਕੇ ਤਿਆਰ ਹੋਏ ਨੇ। ਆਏ ਸੇਤ ਬਾਂਧਿਓ ਵਿਨ ਥਾਈ ਤੇ ਆ ਕਰਕੇ ਸਮੁੰਦਰ ਤੋਂ ਇਸ ਪ੍ਰਕਾਰ ਜਿਹੜਾ ਪੁਲ ਬਣਿਆ ਹੈ ਲੰਕਾ ਨੂੰ ਪਾਰ ਉਤਰੇਗਾ ਅੰਗਦ ਮਾਨੀ ਇਸ ਪ੍ਰਕਾਰ ਸੁਨੇਹਾ ਭੇਜਿਆ ਹੈ ਸ਼੍ਰੀ ਰਾਮਚੰਦਰ ਜੀਆਂ ਨੇ ਕਿ ਇਹ ਤੋਂ ਪਹਿਲਾਂ ਅਸੀਂ ਰਾਵਣ ਇਸ ਪੁਲ ਨੂੰ ਪਾਰ ਕਰੀਏ। ਭਲੀ ਤੇਰੇ ਵਿੱਚ ਇਹੀ ਹੈ ਕਿ ਜੋ ਮੇਰੀ ਔਰਤ ਸੀਤਾ ਹੈ ਉਸ ਨੂੰ ਛੱਡ ਦੇਣਾ ਕਰ। ਸੀਤਾ ਦੇਨ ਕਹੀ ਮਹਿਮਾਨੀ ਤੇ ਰਾਵਣ ਨਹੀਂ ਮੰਨਿਆ ਉਸਨੇ ਨਾ ਕੀਤੀ ਹੈ। ਰਤਿਆ ਬਹੁੜ ਸੰਗਰਾਮ ਮਹਾਨਾ ਤੇ ਫਿਰ ਸ਼੍ਰੀ ਰਾਮਚੰਦਰ ਜੀਆਂ ਨੇ ਜੰਗ ਦਾ ਐਲਾਨ ਕੀਤਾ ਹੈ। ਸਮਾਰੂ ਬਜਿਆ ਨਿਸ਼ਾਨਾ ਦੋਨਾਂ ਦਿਸ਼ਾਵਾਂ ਵਿੱਚੋਂ ਲੰਕਾ ਵਿੱਚੋਂ ਵੀ ਇਸ ਪ੍ਰਕਾਰ ਨਗਾਰੇ ਗੂੰਜੇ ਨੇ ਔਰ ਇਸ ਪ੍ਰਕਾਰ ਸਮੁੰਦਰ ਦੇ ਇਧਰਲੇ ਪਾਸਿਓਂ ਵੀ ਸ਼੍ਰੀ ਰਾਮਚੰਦਰ ਜੀਆਂ ਵੱਲੋਂ ਜਿਹੜੇ ਜੰਗੀ ਸਾਜ਼ ਨੇ ਉਹ ਵੱਜੇ ਨੇ। ਤੇ ਸ਼੍ਰੀ ਰਾਮਚੰਦਰ ਜੀਆਂ ਨੇ ਲੰਕਾ ਵਿੱਚ ਵੜਦਿਆਂ ਹੀ ਜਿਹੜਾ ਉਸ ਰਾਵਣ ਦਾ ਭਰਾ ਸੀ ਨਾ ਕੁੰਭਕਰਨ ਉਸ ਨੂੰ ਮਾਰ ਮਕਾਇਆ ਹੈ। ਤੇ ਫਿਰ ਮੇਘਨਾਥ ਨੂੰ ਪਕੜਿਆ ਉਸ ਨੂੰ ਇਸ ਪ੍ਰਕਾਰ ਪ੍ਰਲੋਕ ਭੇਜਿਆ ਹੈ। ਤੇ ਰਾਵਣ ਨੂੰ ਮਾਰ ਮਕਾਇਆ ਹੈ ਔਰ ਸੀਤਾ ਪ੍ਰਾਪਤ ਕੀਤੀ ਹੈ। ਤੇ ਫਿਰ ਆਪਣੇ ਪਵਿੱਤਰ ਅਸਥਾਨ ਜੁਧਿਆ ਵਿੱਚ ਸੀਤਾ ਨੂੰ ਲੈ ਆਏ ਨੇ। ਤੇ ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀ ਸਿੰਘਾਸਨ ਉੱਪਰ ਬੈਠੇ ਰਾਜ ਸ਼ੁਰੂ ਹੋਇਆ ਹੈ। ਤੇ ਫਿਰ ਸੰਗਤ ਜੀ ਸ਼੍ਰੀ ਰਾਮਚੰਦਰ ਜੀਆਂ ਨੇ 10,000 ਸਾਲ ਰਾਜ ਭੋਗਿਆ ਸੀ। ਤੇ ਅੰਤਲੇ ਸਮੇਂ ਜਦੋਂ ਬੈਕੁੰਠ ਇਸ ਪ੍ਰਕਾਰ ਸਵਰਗ ਜਾਣ ਦਾ ਸਮਾਂ ਆਇਆ ਹੈ ਫਿਰ ਸਾਰੀ ਨਗਰੀ ਜਿਨ੍ਹਾਂ ਦਾ ਪ੍ਰੇਮ ਸੀ ਭਰੋਸਾ ਸ੍ਰੀ ਰਾਮਚੰਦਰ ਜੀਆਂ ਦੇ ਸਾਰੀ ਨਗਰੀ ਨੂੰ ਨਾਲ ਲੈ ਕੇ ਗਏ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਮਰਦਾਨਾ ਇਹ ਕਥਾ ਹੈ। ਮਹਾਰਾਜ ਕਹਿੰਦੇ ਭਾਈ ਮਰਦਾਨੇ ਇਹ ਕਥਾ ਬੜੇ ਥੋੜਿਆਂ ਸ਼ਬਦਾਂ 'ਚ ਅਸੀਂ ਸੁਣਾਈ ਹੈ। ਇਹ ਪਾਪਾਂ ਨੂੰ ਨਾਸ਼ ਕਰਨ ਵਾਲੀ ਕਥਾ ਵੈਸੇ ਬੜੀ ਵੱਡੀ ਹੈ। ਚਲੋ ਭਾਈ ਬਾਲਾ ਮਰਦਾਨਾ ਜੀ ਤੁਹਾਡੀ ਇੱਛਾ ਪੂਰਨ ਕਰੀਏ ਹੁਣ ਲੰਕਾ ਵਿੱਚ ਤੁਹਾਨੂੰ ਲੈ ਚਲੀਏ। ਜਿੱਥੇ ਬੜੇ ਸੋਹਣੇ ਔਰ ਸੋਨੇ ਦੇ ਮੰਦਰ ਬਣੇ ਨੇ ਨਾ ਲੰਕਾ ਦੇ ਵਿੱਚ ਆਓ ਹੁਣ ਤੁਹਾਨੂੰ ਜਾ ਕੇ ਉਹ ਵਿਖਾਉਂਦੇ ਹਾਂ। ਇਸ ਪ੍ਰਕਾਰ ਭਾਈ ਮਰਦਾਨੇ ਨੇ ਬੇਨਤੀਆਂ ਕੀਤੀਆਂ ਸਨ ਕਿ ਇਹ ਪੁਲ ਕਿਉਂ ਬਣਾਇਆ ਹੈ, ਕੀ ਕਾਰਨ ਸੀ। ਸਤਿਗੁਰਾਂ ਨੇ ਭਾਈ ਮਰਦਾਨੇ ਤਾਈਂ ਇਹ ਸਾਰੀ ਕਥਾ ਸੁਣਾਈ ਹੈ। ਹੁਣ ਮਹਾਰਾਜ ਉਸ ਸਮੁੰਦਰ ਨੂੰ ਪਾਰ ਕਰਨਗੇ ਔਰ ਭਾਈ ਬਾਲੇ ਦੇ ਜੋ ਮਨ ਦੀ ਇੱਛਾ ਹੈ ਲੰਕਾ ਨੂੰ ਵੇਖਣ ਦੀ, ਜੋ ਸਾਰੀ ਲੰਕਾ ਸੋਨੇ ਦੀ ਬਣੀ ਹੋਈ ਸੀ ਉਸ ਨੂੰ ਮਹਾਰਾਜ ਵਿਖਾਉਣਗੇ। ਇਸ ਪ੍ਰਕਾਰ ਉਹਨਾਂ ਸਮਿਆਂ ਦੇ ਵਿੱਚ ਇਸ ਨੂੰ ਲੰਕਾ ਕਿਹਾ ਜਾਂਦਾ ਸੀ ਤੇ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਇਹਨਾਂ ਨੂੰ ਸੰਗਲਾ ਦੀਪ ਕਿਹਾ ਜਾਂਦਾ ਸੀ ਤੇ ਅੱਜ ਦੇ ਸਮੇਂ ਜਿਵੇਂ ਅਸੀਂ ਸ਼੍ਰੀ ਲੰਕਾ ਕਹਿ ਦਿੰਦੇ ਹਾਂ। ਇਸ ਪ੍ਰਕਾਰ ਇੱਥੋਂ ਦੀ ਅੱਜ ਕਥਾ ਵਿਚਾਰ ਆਈ ਹੈ। ਜੋ ਕੱਲ੍ਹ ਦੀਆਂ ਕਥਾ ਵਿਚਾਰਾਂ ਮਹਾਰਾਜ ਲੰਕਾ ਦੇ ਵਿੱਚ ਜਾ ਕਰਕੇ ਭਾਈ ਬਾਲੇ ਮਰਦਾਨੇ ਨੂੰ ਦਰਸ਼ਨ ਕਰਵਾਉਣਗੇ। ਕੱਲ੍ਹ ਨੂੰ ਇਤਿਹਾਸ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਬਿਆਨ ਭੁੱਲਾਂ ਗਲਤੀਆਂ ਬਖਸ਼ਣੀਆਂ।
ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਗੁਰੂ का शब्द, गुरु का अभ्यास ਹਿਰਦਿਆਂ ਵਿੱਚ ਵਸਾਉਣਾ ਹੈ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਨਿਰਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਬਧੀਆਂ ਗਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆਈਆਂ। ਸ਼ਬਦੋਤਾ ਗਾਵਾਰੀ ਕੇਰਾ ਮਨ ਜਲੀ ਬਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਰਨਾ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਾਟਾ ਤੇਰਾ ਸਭ ਕੁਛ ਹੈ। ਜਿਸ ਤੇਰੇ ਸੋ ਪਾਵਏ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਸਭ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਦਿਖਿਆ ਸਭ ਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਸਨੀਆਂ ਰੇ ਬੜਿਆਈਆਂ। ਕਾਹੈ ਨਾਨਕ ਸੁਨੋ ਸੁਨੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਥ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਆਨੰਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਰੂਪ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੰਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ। ਖੇਲਾ ਸਗਲ ਜਗਤ ਚੰਗਿਆਈਆਂ ਵਡਿਆਈਆਂ ਵਾਚਾ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜਾ ਕੇ ਪੂਰ। ਜਿਨੇ ਨਾਮ ਧਿਆਇਆ ਗਏ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਸ਼ੁਭੀ ਨਾਲ। ਜਿਨੇ ਨਾਮ ਧਿਆਇਆ ਗਏ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਸ਼ੁਭੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।